Good morning, students. My name Dheeraj Sharma, science teacher, Government Senior Secondary School, Panoki, Kapurthala. Students, ਅੱਜ ਅਸੀਂ ਕਲਾਸ 8ਵੀਂ ਦਾ ਵਿਸ਼ਾ ਸਾਇੰਸ ਨਾਲ ਸੰਬੰਧਿਤ 13ਵਾਂ ਚੈਪਟਰ ਪੜ੍ਹਨ ਜਾ ਰਹੇ ਹਾਂ। ਬੱਚਿਓ, ਹੁਣ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਧੁਨੀਆਂ ਸੁਣਾਂਗੇ। ਸਭ ਤੋਂ ਪਹਿਲਾਂ ਤਾਂ ਵਾਹੀਕਲਸ ਦੀਆਂ ਧੁਨੀਆਂ, ਸਾਡੇ ਆਲੇ ਦੁਆਲੇ ਜਿੰਨੇ ਵੀ ਵਾਹੀਕਲਸ ਹੈਗੇ ਉਹਨਾਂ ਦੀਆਂ ਧੁਨੀਆਂ ਸੁਣਾਂਗੇ। ਇੱਥੇ ਤੁਸੀਂ ਕਾਰ ਦੀ ਧੁਨੀ ਸੁਣ ਸਕਦੇ ਹੋ। ਫਿਰ ਉਸ ਤੋਂ ਬਾਅਦ ਐਂਬੂਲੈਂਸ ਦੇ ਸਾਇਰਨ ਦੀ ਧੁਨੀ। ਤਾਂ ਇੰਝ ਅਸੀਂ ਅਲੱਗ-ਅਲੱਗ ਟਰਾਂਸਪੋਰਟੇਸ਼ਨ ਦੇ ਸਾਇਰਨ ਜਾਂ ਸਾਊਂਡ ਜਿਹੜਾ ਹੈ ਉਹ ਇੱਥੇ ਸੁਣਦੇ ਪਏ। ਐਰੋਪਲੇਨ ਦੀ ਤੁਸੀਂ ਵੀ ਸੁਣ ਸਕਦੇ ਹੋ। ਇੰਝ ਹੀ ਬੱਚਿਓ ਬੱਸ ਦੀ, ਹੈਲੀਕਾਪਟਰ, ਟਰੈਕਟਰ ਤੇ ਅੰਤ ਵਿੱਚ ਸਾਡੇ ਕੋਲ ਬਾਈਸਾਈਕਲ ਦੀ। ਇੱਕ ਬਾਈਸਾਈਕਲ ਦੀ, ਕਿਉਂਕਿ ਇਹ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਰਿਲੇਟਡ ਆ ਸਟੂਡੈਂਟਸ ਦੀ, ਤਾਂ ਇੱਥੇ ਤੁਸੀਂ ਬਾਈਸਾਈਕਲ ਦੀ ਆਵਾਜ਼, ਉਹਦੇ ਬੈਲ ਦੀ ਆਵਾਜ਼ ਵੀ ਸੁਣ ਸਕਦੇ ਹੋ। ਤੁਸੀਂ ਆਪਣੀ ਲਾਈਫ ਦੇ ਵਿੱਚ ਵੀ ਬਥੇਰੀ ਵਾਰੀ ਇਹ ਚੀਜ਼ਾਂ ਸੁਣੀਆਂ ਹੋਣੀਆਂ। ਦੂਸਰੇ ਪਾਸੇ ਕਈ ਮਿਊਜ਼ੀਕਲ ਇੰਸਟਰੂਮੈਂਟਸ, ਉਹਨਾਂ ਦੀ ਆਵਾਜ਼ ਵੀ ਤੁਸੀਂ ਸੁਣੀ ਹੋਏਗੀ, ਜਿੱਦਾਂ ਕਿ ਹਾਰਮੋਨੀਕਾ ਜਾਂ ਮਾਊਥ ਔਰਗਨ ਦੀ ਆਵਾਜ਼ ਤੁਸੀਂ ਸੁਣੀ ਹੋਏਗੀ, ਸਿੰਬਲਸ ਵਗੈਰਾ ਦੀ ਆਵਾਜ਼ ਤੁਸੀਂ ਸੁਣੀ ਹੋਏਗੀ। ਇੰਝ ਗਿਟਾਰ ਦੀ ਆਵਾਜ਼, ਅਕੋਰਡੀਅਨ ਦੀ ਆਵਾਜ਼, ਪਿਆਨੋ ਦੀ ਆਵਾਜ਼, ਫਲੂਟ ਦੀ ਆਵਾਜ਼, ਬਾਂਸੁਰੀ ਵਗੈਰਾ ਦੀ, ਜ਼ਾਈਲੋਫੋਨ ਦੀ ਆਵਾਜ਼ ਜਾਂ ਬਗਲ ਦੀ ਆਵਾਜ਼, ਐਂਡ ਲਾਸਟ ਵਿੱਚ ਸਾਡੇ ਕੋਲ ਡਰਮਸ ਦੀ ਆਵਾਜ਼ ਵੀ ਸੁਣੀ। ਤਾਂ ਬੱਚਿਓ, ਅੱਜ ਦਾ ਜਿਹੜਾ ਸਾਡਾ ਚੈਪਟਰ ਆ ਉਹ ਸਾਊਂਡ ਦੇ ਨਾਲ ਹੀ ਰਿਲੇਟਡ ਆ, ਧੁਨੀ। ਅੱਜ ਅਸੀਂ ਚੈਪਟਰ ਪੜ੍ਹਨਾ ਹੈਗਾ ਆ, ਚੈਪਟਰ 13ਵਾਂ 8ਵੀਂ ਕਲਾਸ ਦਾ। ਇਹਦਾ ਪਾਰਟ 1 ਬੱਚਿਓ ਅੱਜ ਅਸੀਂ ਦੇਖਾਂਗੇ। ਬੱਚਿਓ, ਹੁਣ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਧੁਨੀਆਂ ਸੁਣ ਲਈਆਂ। ਹੁਣ ਅਸੀਂ ਇਹ ਦੇਖਾਂਗੇ ਕਿ ਧੁਨੀ ਪੈਦਾ ਕਿਵੇਂ ਹੁੰਦੀ ਹੈ। ਹਾਊ ਸਾਊਂਡ ਇਜ਼ ਪ੍ਰੋਡਿਊਸ, ਧੁਨੀ ਕਿਵੇਂ ਪੈਦਾ ਹੁੰਦੀ ਹੈ, ਇਹਦੇ ਬਾਰੇ ਬੱਚੇ ਹੁਣ ਅਸੀਂ ਚਰਚਾ ਕਰਾਂਗੇ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ, ਇੰਝ ਤੁਸੀਂ ਸਕੇਲ ਨੂੰ ਬਹੁਤ ਵਾਰੀ ਇੱਦਾਂ ਇੱਕ ਪੋਰਸ਼ਨ ਉਹਦਾ ਫਿਕਸ ਕਰਕੇ ਉਸਦੇ ਅਗਲੇ ਪੋਰਸ਼ਨ ਨੂੰ ਇੱਦਾਂ ਵਾਈਬਰੇਟ ਕੀਤਾ ਹੋਏਗਾ, ਤਾਂ ਤੁਸੀਂ ਆਵਾਜ਼ ਸੁਣ ਸਕਦੇ ਹੋ ਕਿ ਆਵਾਜ਼ ਪੈਦਾ ਹੋਈ। ਸੁਣੋ, ਜਦੋਂ ਅਸੀਂ ਉਸਨੂੰ ਮਤਲਬ ਇਹ ਵਾਈਬਰੇਟ ਜਦੋਂ ਕਰਦਾ ਹੈ ਤਾਂ ਆਵਾਜ਼ ਪੈਦਾ ਹੁੰਦੀ ਹੈ। ਈਵਨ ਜੇਕਰ ਤੁਸੀਂ ਰਬੜ ਬੈਂਡ ਨੂੰ ਇੱਦਾਂ ਸਟਰੈਚ ਕੀਤਾ ਹੋਵੇ ਅਤੇ ਉਹਨੂੰ ਇੱਦਾਂ ਛੱਡਿਆ ਹੋਵੇ ਤਾਂ ਵੀ ਤੁਹਾਨੂੰ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ। ਤਾਂ ਇਸ ਦਾ ਭਾਵ ਕੀ ਹੈ ਕਿ ਜਦੋਂ ਵੀ ਕੋਈ ਚੀਜ਼ ਕੰਬਦੀ ਆ, ਵਾਈਬਰੇਟ ਹੁੰਦੀ ਆ, ਕੰਪਨ ਅਗਰ ਅਸੀਂ ਉਹਨੂੰ ਉਸ ਬੋਡੀ ਦੇ ਵਿੱਚ ਕਰਵਾਈਏ ਤਾਂ ਧੁਨੀ ਜਿਹੜੀ ਆ ਉਹ ਪੈਦਾ ਹੋਵੇਗੀ। ਇੱਥੇ ਤੁਸੀਂ ਹੋਰ ਉਦਾਹਰਣ ਵੀ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਆਪਾਂ ਵੈਸੇ ਗੱਲ ਕਰੀਏ ਤਾਂ ਟੂ ਐਂਡ ਫਰੋ ਔਰ ਬੈਕ ਐਂਡ ਫੋਰਥ ਮੋਸ਼ਨ ਆਫ ਐਨ ਆਬਜੈਕਟ ਇਜ਼ ਕਾਲਡ ਵਾਈਬ੍ਰੇਸ਼ਨ। ਕੰਪਨ ਕੀ ਆ? ਕਿਸੇ ਵਸਤੂ ਦੀ ਆਪਣੀ ਮੱਧ ਸਥਿਤੀ ਤੋਂ ਇੱਧਰ ਜਾਂ ਇੱਧਰ ਉੱਧਰ ਜਾਂ ਅੱਗੇ ਪਿੱਛੇ ਹੋਣ ਵਾਲੀ ਗਤੀ ਨੂੰ ਅਸੀਂ ਕੰਪਨ ਕਹਾਂਗੇ, ਵਾਈਬ੍ਰੇਸ਼ਨ ਬੋਲਾਂਗੇ ਬੱਚਿਓ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਗਿਟਾਰ ਦੀ ਆਵਾਜ਼ ਪਿੱਛੇ ਆਪਾਂ ਸੁਣੀ ਵੀ ਸੀਗੀ, ਤੇ ਇਹਦੀਆਂ ਤੁਸੀਂ ਅਗਰ ਸਟ੍ਰਿੰਗਸ ਦੇਖੋ, ਇਹਦੀਆਂ ਤਾਰਾਂ ਦੇਖੋ ਕਿੱਦਾਂ ਕੰਪਨ ਕਰਦੀਆਂ ਪਈਆਂ, ਵਾਈਬਰੇਟ ਕਰਦੀਆਂ ਪਈਆਂ। ਇਹ ਵਾਈਬਰੇਟ ਹੋਣਗੀਆਂ ਤਾਂ ਹੀ ਸਾਨੂੰ ਜਿਹੜੀ ਆ ਉਹ ਧੁਨੀ ਸੁਣਾਈ ਦੇਵੇਗੀ। ਤਾਂ ਸਾਊਂਡ ਇਜ਼ ਪ੍ਰੋਡਿਊਸਡ ਬਾਈ ਅ ਵਾਈਬਰੇਟਿੰਗ ਬੋਡੀ। ਧੁਨੀ ਕੰਪਨ ਕਰ ਰਹੀ ਵਸਤੂ ਦੁਆਰਾ ਹੀ ਪੈਦਾ ਹੁੰਦੀ ਹੈ। ਇੱਥੇ ਤੁਸੀਂ ਦੇਖ ਸਕਦੇ ਹੋ, ਸਾਊਂਡ ਇਜ਼ ਹਰਡ ਵੈਨ ਦ ਸਟ੍ਰਿੰਗ ਆਫ ਦ ਗਿਟਾਰ ਵਾਈਬਰੇਟ। ਜਦੋਂ ਕੋਈ ਚੀਜ਼ ਕੰਪਨ ਕਰਦੀ ਆ, ਆਪਣੀ ਜਗ੍ਹਾ ਤੋਂ ਉੱਪਰ ਥੱਲੇ ਜਾਂ ਅੱਗੇ ਪਿੱਛੇ ਹੁੰਦੀ ਆ, ਤਾਂ ਆਪਾਂ ਕਹਿ ਸਕਦੇ ਹਾਂ ਕਿ ਧੁਨੀ ਪੈਦਾ ਹੋਵੇਗੀ। ਅੱਗੇ ਬੱਚਿਓ ਅਸੀਂ ਹੋਰ ਦੇਖਦੇ ਹਾਂ, ਹੋਰ ਉਦਾਹਰਨਾਂ ਦੇਖਾਂਗੇ ਹਾਊ ਸਾਊਂਡ ਇਜ਼ ਪ੍ਰੋਡਿਊਸ ਦੀਆਂ। ਫਿਰ ਗੱਲ ਉਹੀ ਇੱਕ ਬੱਚਿਓ ਯਾਦ ਰੱਖਣੀ ਹੈ ਕਿ ਵਾਈਬ੍ਰੇਸ਼ਨਸ ਆਰ ਨੈਸੈਸਰੀ ਟੂ ਪ੍ਰੋਡਿਊਸ ਸਾਊਂਡ। ਧੁਨੀ ਨੂੰ ਪੈਦਾ ਕਰਨ ਦੇ ਲਈ ਕੰਪਨ ਦਾ ਹੋਣਾ ਬਹੁਤ ਜ਼ਰੂਰੀ। ਹੋਰ ਉਦਾਹਰਨਾਂ ਆਪਾਂ ਇੱਥੇ ਦੇਖਣ ਵਾਲੇ ਹਾਂ, ਜਿਵੇਂ ਕਿ ਤਬਲਾ। ਤਬਲਾ ਬੱਚਿਓ ਤੁਸੀਂ ਆਪਣੀ ਲਾਈਫ ਦੇ ਵਿੱਚ ਵੀ ਦੇਖਿਆ ਹੋਵੇਗਾ। ਸਭ ਤੋਂ ਪਹਿਲਾਂ ਤਾਂ ਵੈਸੇ ਆਪਣੀ ਸਕੂਲ ਦੀ ਜਿਹੜੀ ਬੈਲ ਹੈ, ਤੁਹਾਨੂੰ ਪਤਾ ਜਦੋਂ ਤੁਸੀਂ ਉਸਨੂੰ
ਹਿੱਟ ਕਰਦੇ ਆ ਲੋਹੇ ਦੇ ਨਾਲ ਹੀ ਤਾਂ ਉਹ ਵਾਈਬਰੇਟ ਕਰਦੀ ਹੈ। ਤਬਲੇ ਦੀ ਜਿਹੜੀ ਉੱਪਰਲੀ ਮੈਂਬਰੇਨ ਹੈਗੀ ਆ, ਸਟ੍ਰੈਚਡ ਮੈਂਬਰੇਨ ਜਿਹਨੂੰ ਅਸੀਂ ਬੋਲਦੇ ਆ, ਉਸ ਨੂੰ ਜਦੋਂ ਅਸੀਂ ਮਾਰਦੇ ਆ ਜਾਂ ਉਹ ਵੀ ਜਿਹੜੀ ਮੈਂਬਰੇਨ ਆ ਉਹ ਵੀ ਵਾਈਬਰੇਟ ਕਰਦੀ ਆ। ਵਾਈਬਰੇਟ ਕਰਨ ਦੇ ਨਾਲ ਜਿਹੜੀ ਉਹਦੀ ਮੈਂਬਰੇਨ ਵਾਈਬਰੇਟ ਕਰੂਗੀ, ਵਾਈਬਰੇਟ ਕਰਨ ਨਾਲ ਉਹ ਧੁਨੀ ਪੈਦਾ ਕਰਦੀ ਆ, ਸਾਊਂਡ ਪ੍ਰੋਡਿਊਸ ਹੁੰਦਾ। ਤਾਂ ਇੱਥੇ ਜਿਹੜਾ ਸਾਊਂਡ ਪ੍ਰੋਡਿਊਸ ਕਰਦੀ ਵੀ ਉਹ ਸਟ੍ਰੈਚਡ ਮੈਂਬਰੇਨ ਆ। ਹੋਰ ਮੈਂਬਰੇਨ ਟਾਈਪ ਇੰਸਟਰੂਮੈਂਟ ਸਾਡੇ ਕੋਲ ਡਰਮ ਹੋ ਗਿਆ, ਢੋਲਕ ਹੋ ਗਿਆ, ਤਬਲਾ ਹੋ ਗਿਆ, ਇਹ ਹੋ ਗਿਆ। ਬਾਕੀ ਸਟਰਿੰਗ ਵਾਲੇ ਜਿਵੇਂ ਕਿ ਅਸੀਂ ਗਿਟਾਰ ਦਾ ਦੇਖਿਆ ਹੀ ਸੀਗਾ, ਗਿਟਾਰ ਦੇ ਵਿੱਚ ਤਾਰਾਂ ਹੁੰਦੀਆਂ, ਵਾਇਲਨ ਤਾਰ, ਮੈਂਡਲਿਨ, ਇਹਦੇ ਵਿੱਚ ਵੀ ਤਾਰਾਂ ਜਿਹੜੀਆਂ ਆ ਸਟਰਿੰਗ ਜਿਹੜੀਆਂ ਵਾਈਬਰੇਟ ਕਰਦੇ। ਇਸ ਤੋਂ ਇਲਾਵਾ ਰਬੜ ਬੈਂਡ ਦੀ ਵੀ ਜਿਹੜੀ ਉਹ ਸਟਰਿੰਗ ਹੈਗਾ ਆ, ਉਸ ਨੂੰ ਵੀ ਜੇਕਰ ਅਸੀਂ ਸਟਰੈਚ ਕਰਕੇ ਛੱਡੀਏ ਤਾਂ ਉਹ ਵੀ ਵਾਈਬਰੇਟ ਕਰਦਾ। ਫਲੂਟ ਦੇ ਵਿੱਚ ਹਵਾ ਜਿਹੜੀ ਆ, ਏਅਰ ਕੋਲਮ ਅਸੀਂ ਕਹਿ ਸਕਦੇ ਹਾਂ, ਉਹ ਵਾਈਬਰੇਟ ਕਰਦੇ ਆ। ਕਲੈਰੀਨੈਟ, ਪਰ ਆਹ ਜਿਹੜੀ ਇੰਸਟਰੂਮੈਂਟ, ਆਹ ਜਿਹੜੀ ਆਵਾਜ਼ ਆ ਮਤਲਬ ਜੇਕਰ ਆਪਾਂ ਹੱਥ ਨੂੰ ਇੱਦਾਂ ਦਾ ਮਾਰੀਏ, ਠੀਕ ਹੈ, ਲੇਕਿਨ ਹੁਣ ਹੱਥਾਂ ਦੀ ਜਿਹੜੀ ਵਾਈਬਰੇਸ਼ਨ ਆ ਸਾਨੂੰ ਇਹ ਦਿਖਾਈ ਨਹੀਂ ਦਿੰਦੀ। ਸੁਣਾਈ ਤਾਂ ਦਿੰਦੀ ਹੈ, ਮਤਲਬ ਧੁਨੀ ਪੈਦਾ ਹੋਈ ਇਹ ਸੁਣਾਈ ਤਾਂ ਦਿੰਦੀ ਹੈ, ਲੇਕਿਨ ਵਾਈਬਰੇਸ਼ਨ ਸਾਨੂੰ ਨਜ਼ਰ ਨਹੀਂ ਆਉਂਦੀ। ਤਾਂ ਬੱਚਿਓ ਇੱਕ ਗੱਲ ਯਾਦ ਰੱਖਣੀ ਹੈ ਕਿ ਸਾਰੀਆਂ ਵਾਈਬਰੇਸ਼ਨ ਸਾਨੂੰ ਨਜ਼ਰ ਨਹੀਂ ਆਉਣਗੀਆਂ, ਕੁਝ ਵਾਈਬਰੇਸ਼ਨਸ ਹੀ ਸਾਨੂੰ ਨਜ਼ਰ ਆਉਣਗੀਆਂ। ਜਿੱਦਾਂ ਪਿੱਛੇ ਆਪਾਂ ਤਾਰ ਹਿਲਦੀ ਦੇਖੀ ਸੀ ਗਿਟਾਰ ਦੀ, ਤਬਲੇ ਦੀ ਸ਼ਾਇਦ ਤੁਸੀਂ ਮੈਂਬਰੇਨ ਵੀ ਹਿਲਦੀ ਹੋਈ ਦੇਖੀ ਹੋਊਗੀ, ਪਰ ਏਅਰ ਜਾਂ ਫਿਰ ਬੰਸੂਰੀ ਦੇ ਵਿੱਚ ਜਿਹੜਾ ਏਅਰ ਕੋਲਮ ਆ ਉਹ ਕਿਵੇਂ ਵਾਈਬਰੇਟ ਕਰਦਾ ਉਹ ਅਸੀਂ ਨਹੀਂ ਦੇਖ ਪਾਉਂਦੇ, ਪਰ ਆਪਾਂ ਸੁਣਦੇ ਹਾਂ ਕਿ ਧੁਨੀ ਤਾਂ ਪੈਦਾ ਹੁੰਦੀ ਹੈ। ਇੰਝ ਹੀ ਜਦੋਂ ਹੱਥ ਨੂੰ ਅਸੀਂ ਜਦੋਂ ਕਲੈਪ ਕਰਦੇ ਹਾਂ ਫਿਰ ਆਵਾਜ਼ ਪੈਦਾ ਹੁੰਦੀ ਹੈ, ਲੇਕਿਨ ਅਸੀਂ ਉਹਦੀ ਜਿਹੜੀ ਕੰਪਨ ਆ ਉਹ ਦੇਖ ਨਹੀਂ ਸਕਦੇ। ਆਵਾਜ਼ ਨੂੰ ਸੁਣ ਸਕਦੇ ਹਾਂ ਲੇਕਿਨ ਕੰਪਨ ਨੂੰ ਦੇਖ ਨਹੀਂ ਸਕਦੇ। ਤਾਂ ਇਹਦਾ ਮਤਲਬ ਕੀ ਆ ਕਿ ਆਪਾਂ ਸਾਰੀਆਂ ਕੰਪਨਾਂ ਨੂੰ ਦੇਖ ਨਹੀਂ ਸਕਦੇ, ਲੇਕਿਨ ਧੁਨੀ ਪੈਦਾ ਕਰਨ ਲਈ ਕੰਪਨ ਜ਼ਰੂਰੀ ਹੈ, ਪਰ ਅਸੀਂ ਹਰ ਤਰ੍ਹਾਂ ਦੀਆਂ ਕੰਪਨਾਂ ਨੂੰ ਜਾਂ ਹਰ ਤਰ੍ਹਾਂ ਦੀਆਂ ਵਾਈਬ੍ਰੇਸ਼ਨਸ ਨੂੰ, ਓਸੀਲੇਸ਼ਨਸ ਨੂੰ ਵੇਖ ਨਹੀਂ ਸਕਦੇ। ਤਾਂ ਵਾਈਬ੍ਰੇਸ਼ਨ ਆਰ ਨੈਸੈਸਰੀ ਟੂ ਪ੍ਰੋਡਿਊਸ ਸਾਊਂਡ, ਬਟ ਇਨ ਸਮ ਕੇਸਿਸ ਵੀ ਮੇ ਨਾਟ ਬੀ ਏਬਲ ਟੂ ਸੀ ਵਾਈਬ੍ਰੇਸ਼ਨ, ਜਿਵੇਂ ਕਿ ਅਸੀਂ ਇੱਥੇ ਦੇਖਿਆ ਵੀ। ਨੈਕਸਟ ਬੱਚਿਓ ਅਸੀਂ ਦੇਖੀਏ ਤਾਂ ਸਾਡੇ ਕੋਲ ਇੱਥੇ ਜਲ ਤਰੰਗ ਹੈਗੀ ਆ। ਜਿਸ ਗਿਲਾਸ ਵਿੱਚ ਪਾਣੀ ਥੋੜਾ ਹੋਵੇਗਾ ਉਸ ਦੀ ਆਵਾਜ਼ ਤਿੱਖੀ ਮਤਲਬ ਸ਼੍ਰਿਲ ਸਾਊਂਡ ਆਵੇਗੀ। ਇਹ ਬੱਚਿਓ ਪਹਿਲਾਂ ਅਸੀਂ ਐਕਟੀਵਿਟੀ ਦੇਖਦੇ ਹਾਂ, ਫਿਰ ਤੁਹਾਨੂੰ ਇਹਦੇ ਵਿੱਚ ਸਮਝਾਵਾਂਗੇ। ਆਪਾਂ 6 ਤੋਂ 7 ਜਾਂ 8 ਗਲਾਸ ਲੈ ਲਏ। ਗਲਾਸ ਦੇ ਵਿੱਚ ਹਰੇਕ ਦੇ ਵਿੱਚ ਹੁਣ ਅਸੀਂ ਪਾਣੀ ਪਾਣਾ ਸ਼ੁਰੂ ਕਰ ਦਿੱਤਾ, ਲੇਕਿਨ ਪਾਣੀ ਦਾ ਅਗਰ ਤੁਸੀਂ ਲੈਵਲ ਦੇਖੋ ਤਾਂ ਪਹਿਲੇ 'ਚ ਘੱਟ, ਦੂਜੇ 'ਚ ਉਸ ਤੋਂ ਜ਼ਿਆਦਾ, ਤੀਜੇ 'ਚ ਉਸ ਤੋਂ ਜ਼ਿਆਦਾ, ਚੌਥੇ 'ਚ ਉਸ ਤੋਂ ਜ਼ਿਆਦਾ, ਪੰਜਵੇਂ 'ਚ ਉਸ ਤੋਂ ਜ਼ਿਆਦਾ, ਛੇਵੇਂ ਸਭ ਤੋਂ ਜ਼ਿਆਦਾ। ਫਿਰ ਇਸ ਨੂੰ ਅਸੀਂ ਜਿਹੜੀ ਪੈਨਸਲ ਆ ਉਸ ਦੇ ਨਾਲ ਸਟਰਾਈਕ ਕਰਕੇ ਦੇਖਾਂਗੇ, ਤੁਹਾਨੂੰ ਕੁਝ ਇੱਦਾਂ ਦੀ ਆਵਾਜ਼ ਆਏਗੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਗਲਾਸ ਜਿਹੜਾ ਆ ਉਹ ਇੱਕ ਆਪਣੀ ਯੂਨੀਕ ਸਾਊਂਡ ਜਿਹੜਾ ਪ੍ਰੋਡਿਊਸ ਕਰਦਾ ਪਿਆ। ਕਿਸੇ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਆ, ਕਿਸੇ ਦੇ ਵਿੱਚ ਪਾਣੀ ਦੀ ਮਾਤਰਾ ਘੱਟ ਆ। ਇੱਕ ਗੱਲ ਬੱਚਿਓ ਬਸ ਯਾਦ ਰੱਖਣੀ ਹੈ, ਜਿਹਦੇ ਵਿੱਚ ਪਾਣੀ ਦੀ ਮਾਤਰਾ ਘੱਟ ਹੋਊਗੀ ਉਹਦੀ ਗਲਾਸ ਦੀ ਆਵਾਜ਼ ਜਿਹੜੀ ਆ ਉਹ ਤਿੱਖੀ ਹੋਊਗੀ, ਸ਼੍ਰਿਲ ਸਾਊਂਡ ਉਹਨੂੰ ਬੋਲ ਦਿੰਦੇ ਹੈਗੇ। ਇਹ ਵੀ ਬੱਚਿਓ ਤੁਸੀਂ ਇੱਥੇ ਯਾਦ ਰੱਖ ਲੈਣਾ। ਆਹ ਜਿਹੜਾ ਪੈਟਰਨ ਬਣਿਆ ਤੁਹਾਡੇ ਕੋਲ, ਇਸ ਨੂੰ ਅਸੀਂ ਬੋਲਦੇ ਹਾਂ ਬੱਚਿਓ ਜਲ ਤਰੰਗ। ਧੁਨੀ ਪੈਦਾ ਕਰਨ ਲਈ ਕੰਪਨ ਜ਼ਰੂਰੀ ਹੈ, ਪਰ ਅਸੀਂ ਹਰ ਤਰ੍ਹਾਂ ਦੀਆਂ ਕੰਪਨਾਂ ਨੂੰ ਵੇਖ ਨਹੀਂ ਸਕਦੇ। ਤਾਂ ਬੱਚਿਓ ਇਹਦੇ ਵਿੱਚ ਵੀ ਅਸੀਂ ਕੀ ਗਲਾਸ ਨੂੰ ਕੰਪਨ ਕਰਦਾ ਹੋਇਆ ਦੇਖ ਪਾਏ? ਨਹੀਂ, ਲੇਕਿਨ ਕੰਪਨ ਹੁੰਦੀ ਹੋਵੇਗੀ ਤਾਂ ਹੀ ਅਸੀਂ ਜਿਹੜਾ ਆ ਆਵਾਜ਼ ਉਹਦੀ ਜਾਂ ਧੁਨੀ ਜਿਹੜੀ ਆ ਉਹ ਸੁਣ ਪਾਏ। ਬਿਨਾਂ ਕੰਪਨ ਤੇ ਧੁਨੀ ਪੈਦਾ ਨਹੀਂ ਹੋ ਸਕਦੀ। ਤਾਂ ਇਹਦਾ ਮਤਲਬ ਕੰਪਨ ਤਾਂ ਹੁੰਦੀ ਪਈ ਆ, ਆਵਾਜ਼ ਸਾਨੂੰ ਕਿਉਂਕਿ ਆਉਂਦੀ ਪਈ ਹੈ, ਤਾਂ ਇਹਦਾ ਮਤਲਬ ਕੰਪਨ ਹੁੰਦੀ ਪਈ, ਲੇਕਿਨ ਅਸੀਂ ਕੰਪਨ ਨੂੰ ਦੇਖ ਨਹੀਂ ਸਕਦੇ। ਤਾਂ ਕਈ ਕੰਪਨਾਂ ਇੱਦਾਂ ਦੀਆਂ ਆ, ਕਈ ਵਾਈਬ੍ਰੇਸ਼ਨਸ ਇੱਦਾਂ ਦੀਆਂ, ਕਈ ਓਸੀਲੇਸ਼ਨਸ ਇੱਦਾਂ ਦੀਆਂ ਹੁੰਦੀਆਂ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ। ਇਵੇਂ ਜਿਵੇਂ ਤੁਸੀਂ ਇੱਥੇ ਦੇਖ ਹੀ ਲਿਆ, ਜਲ ਤਰੰਗ ਦੀ ਉਦਾਹਰਨ ਵੀ ਤੁਸੀਂ ਇੱਥੇ ਪੜ੍ਹ ਲਈ। ਨੈਕਸਟ ਬੱਚਿਓ ਅਸੀਂ ਅਗਰ ਦੇਖੀਏ ਜਲ ਤਰੰਗ ਤੋਂ ਬਾਅਦ ਕਿ ਸਾਊਂਡ ਪ੍ਰੋਡਿਊਸਡ ਬਾਈ ਡਿਫਰੈਂਟ ਮਿਊਜ਼ੀਕਲ ਇੰਸਟਰੂਮੈਂਟ। ਪਿੱਛੇ ਤੁਸੀਂ ਦੇਖ ਕੇ ਵੀ ਹਟਿਆ ਕਿ ਅਲੱਗ-ਅਲੱਗ ਮਿਊਜ਼ਿਕ ਇੰਸਟਰੂਮੈਂਟ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਸਾਊਂਡ ਆ ਉਹ ਪੈਦਾ ਕਰਦੇ। ਜਿਵੇਂ ਕਿ ਇੱਥੇ ਤੁਸੀਂ ਦੇਖੋਗੇ ਗਿਟਾਰ, ਸਭ ਤੋਂ ਪਹਿਲਾਂ ਗਿਟਾਰ ਜਾਂ ਵੀਨਾ, ਕਿਉਂਕਿ ਇਹਦੇ ਵਿੱਚ ਸਟ੍ਰਿੰਗਸ ਲੱਗੀਆਂ ਹੁੰਦੀਆਂ, ਸਟ੍ਰੈਚ ਸਟ੍ਰਿੰਗ। ਤਬਲਾ ਸਟ੍ਰੈਚ ਮੈਂਬਰੇਨ। ਫਲੂਟ ਏਅਰ ਕੋਲਮ। ਮਾਊਥ ਔਰਗਨ ਦੇ ਵਿੱਚ ਵੀ ਏਅਰ ਕੋਲਮ। ਡਰਮ ਦੇ ਵਿੱਚ ਸਟ੍ਰੈਚ ਮੈਂਬਰੇਨ। ਜਲ ਤਰੰਗ ਦੇ ਵਿੱਚ ਤੁਸੀਂ ਦੇਖਿਆ ਜਿਹੜਾ ਵਾਈਬ੍ਰੇਟਿੰਗ ਗਲਾਸ ਆ। ਪਿਆਨੋ ਦੇ ਵਿੱਚ ਸਟ੍ਰਿੰਗਸ। ਕਈ ਵਾਈਬ੍ਰੇਸ਼ਨ ਨੂੰ ਅਸੀਂ ਦੇਖ ਸਕਦੇ, ਕਈਆਂ ਨੂੰ ਨਹੀਂ ਦੇਖ ਸਕਦੇ। ਵੀ ਸੀ ਦੈਟ ਏ ਵਾਈਬ੍ਰੇਟਿੰਗ ਆਬਜੈਕਟ ਪ੍ਰੋਡਿਊਸ ਸਾਊਂਡ। ਪਰ ਹੁਣ ਤੁਸੀਂ ਦੇਖੋ ਕੱਲਾ ਜਿਹੜੀ ਸਟ੍ਰਿੰਗ ਆ ਕੱਲੀ ਉਹੀ ਨਹੀਂ ਸਾਊਂਡ ਪੈਦਾ ਕਰਦੀ, ਪਰ ਪੂਰਾ ਜਿਹੜਾ ਇੰਸਟਰੂਮੈਂਟ ਆ
ਉਹ ਪੂਰੀ ਆਵਾਜ਼ ਪੈਦਾ ਕਰਦਾ। ਜਿੱਦਾਂ ਹੁਣ ਮੈਂਬਰੇਨ ਤਾਂ ਇੱਥੇ ਹਿਲਦੀ ਪਈ ਆ, ਮੈਂਬਰਨ ਦੇ ਕੰਪਨ ਕਰਨ ਦੇ ਨਾਲ ਹੀ ਨਹੀਂ ਸਾਨੂੰ ਤਬਲੇ ਦੀ ਆਵਾਜ਼ ਸੁਣਾਈ ਦਿੰਦੀ, ਪਰ ਉਹਦੇ ਵਿੱਚ ਤਬਲੇ ਦੇ ਵਿੱਚ ਜਿਹੜੀ ਹਵਾ ਵਾ ਉਹ ਦੋਨਾਂ ਦਾ ਇਫੈਕਟ ਜਿਹੜਾ ਆ ਸਾਨੂੰ ਸੁਣਨ ਨੂੰ ਮਿਲਦਾ ਆ, ਫਿਰ ਸਾਨੂੰ ਜਿਹੜੀ ਆਵਾਜ਼ ਆ ਤਬਲੇ ਦੀ ਜਾਂ ਗਿਟਾਰ ਦੀ ਸੁਣਾਈ ਦਿੰਦੀ। ਤਾਂ ਸਾਊਂਡ ਭਾਵੇਂ ਕਿਸੇ ਕੰਪਨ ਕਰਦੀ ਹੋਈ ਬੋਡੀ ਤੋਂ ਹੀ ਜਿਹੜਾ ਆ ਜਨਰੇਟ ਹੁੰਦਾ, ਪਰ ਉਹਦਾ ਜਿਹੜਾ ਟੋਟਲ ਇਫੈਕਟ ਆ ਸਾਊਂਡ ਦਾ ਉਹ ਸਾਨੂੰ ਪੂਰਾ ਉਹਦਾ ਜਿਹੜਾ ਇੰਸਟਰੂਮੈਂਟ ਆ ਉਹਦਾ ਇਫੈਕਟ ਦੇ ਕਰਕੇ ਸੁਣਨ ਨੂੰ ਮਿਲਦੀ। ਤਾਂ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਵੈਨ ਵੀ ਪਲਕ ਦਾ ਸਟ੍ਰਿੰਗ ਆਫ ਐਨ ਇੰਸਟਰੂਮੈਂਟ, ਜਿੱਦਾਂ ਕਿ ਸਿਤਾਰ ਹੋ ਗਿਆ, ਜੇਕਰ ਉਸਦੀ ਆਪਾਂ ਤਾਰ ਨੂੰ ਪਲਕ ਕਰੀਏ, ਦ ਸਾਊਂਡ ਦੈਟ ਵੀ ਹੇਅਰ ਇਜ਼ ਨੋਟ ਓਨਲੀ ਦੈਟ ਆਫ ਦ ਸਟ੍ਰਿੰਗ, ਉਹ ਸਿਰਫ ਸਟ੍ਰਿੰਗ ਜਿਹੜੀ ਵਾਈਬ੍ਰੇਟ ਕਰਦੀ ਪਈ ਉਹਦਾ ਹੀ ਸਾਊਂਡ ਨਹੀਂ ਹੈਗਾ, ਦ ਹੋਲ ਇੰਸਟਰੂਮੈਂਟ ਇਜ਼ ਫੋਰਸਡ ਟੂ ਵਾਈਬ੍ਰੇਟ, ਪੂਰਾ ਜਿਹੜਾ ਇੰਸਟਰੂਮੈਂਟ ਆ ਉਹ ਪੂਰਾ ਵਾਈਬ੍ਰੇਟ ਕਰਦਾ ਹੈ। ਐਂਡ ਇਟ ਇਜ਼ ਦ ਸਾਊਂਡ ਆਫ ਦ ਵਾਈਬ੍ਰੇਸ਼ਨ ਆਫ ਦ ਇੰਸਟਰੂਮੈਂਟ ਦੈਟ ਵੀ ਹੇਅਰ, ਮਤਲਬ ਇਹ ਪੂਰਾ ਜਿਹੜਾ ਇੰਸਟਰੂਮੈਂਟ ਵਾਈਬ੍ਰੇਟ ਕੀਤਾ, ਉਹਦੇ ਵਿੱਚ ਜਿਹੜੀ ਹਵਾ ਸੀਗੀ ਉਹ ਵੀ, ਸਟ੍ਰਿੰਗ ਸੀਗੀ ਉਹ ਵੀ ਵਾਈਬ੍ਰੇਟ ਕੀਤੀ, ਉਹ ਪੂਰਾ ਜਿਹੜਾ ਸਾਊਂਡ ਦਾ ਜਿਹੜਾ ਮਿਕਸਚਰ ਆਇਆ ਸਾਡੇ ਕੋਲ, ਜਿਹੜੀ ਕੰਪਨ ਆਈ ਆ, ਉਹਨੂੰ ਅਸੀਂ ਸੁਣਦੇ ਹਾਂ। ਤਾਂ ਸਿਮਿਲਰਲੀ ਵੈਨ ਵੀ ਸਟ੍ਰਾਈਕ ਦ ਮੈਂਬਰੇਨ ਆਫ ਮ੍ਰਿਦੰਗਮ ਇੱਕ ਟਾਈਪ ਦਾ ਤੁਸੀਂ ਕਹਿ ਲਓ ਡਰਮ ਜਿਹਾ ਹੈ ਜਾਂ ਫਿਰ ਢੋਲਕ ਵਗੈਰਾ ਹੈਗਾ ਹੈ। ਦ ਸਾਊਂਡ ਦੈਟ ਵੀ ਹੇਅਰ ਇਜ਼ ਨੋਟ ਓਨਲੀ ਦੈਟ ਆਫ ਦ ਮੈਂਬਰੇਨ ਬਟ ਆਫ ਦ ਹੋਲ ਬੋਡੀ ਆਫ ਦ ਇੰਸਟਰੂਮੈਂਟ, ਪੂਰੀ ਜਿਹੜੀ ਉਹਦੀ ਬੋਡੀ ਆ ਉਹਦੀ ਆਵਾਜ਼ ਜਿਹੜੀ ਆ ਸਾਨੂੰ ਉਹ ਕਲੈਕਟਿਵਲੀ ਸੁਣਾਈ ਦਿੰਦੀ ਹੈ। ਤਾਂ ਇਕੱਲੀ ਮੈਂਬਰੇਨ ਕਰਕੇ ਜਾਂ ਇਕੱਲੀ ਸਟ੍ਰਿੰਗ ਕਰਕੇ ਹੀ ਜਿਹੜਾ ਆ ਉਹ ਪ੍ਰੋਡਿਊਸ ਆਵਾਜ਼ ਜਿਹੜੀ ਉਹ ਨਹੀਂ ਹੁੰਦੀ। ਨੈਕਸਟ ਬੱਚੋ ਅਸੀਂ ਅਗਰ ਦੇਖੀਏ ਕਿ ਵਟ ਇਜ਼ ਸਾਊਂਡ, ਧੁਨੀ ਹੈ ਕੀ? ਤਾਂ ਧੁਨੀ ਇੱਕ ਊਰਜਾ ਦਾ ਹੀ ਰੂਪ ਹੈ ਜਿਸ ਨਾਲ ਸਾਨੂੰ ਸੁਣਨ ਦਾ ਅਹਿਸਾਸ ਪੈਦਾ ਹੁੰਦਾ ਹੈ। ਸਾਊਂਡ ਇਜ਼ ਅ ਫਾਰਮ ਆਫ ਐਨਰਜੀ ਵਿਚ ਪ੍ਰੋਵਾਈਡਸ ਦ ਸੈਂਸੇਸ਼ਨ ਆਫ ਹੀਅਰਿੰਗ। ਸਾਊਂਡ ਇੱਕ ਕਿਸਮ ਦੀ ਐਨਰਜੀ ਹੈ, ਇੱਕ ਕਿਸਮ ਦੀ ਊਰਜਾ ਆ ਜਿਹਦੇ ਨਾਲ ਬੱਚਿਓ ਸਾਨੂੰ ਇੱਕ ਸੁਣਨ ਦਾ ਅਹਿਸਾਸ ਜਾਂ ਅਨੁਭਵ ਪੈਦਾ ਹੁੰਦਾ। ਇੱਥੇ ਅਸੀਂ ਦੇਖਾਂਗੇ ਵੀ ਇੱਕ ਕਿਰਿਆ ਕਰਕੇ ਦੇਖਾਂਗੇ, ਉਤੋਂ ਸਾਨੂੰ ਇਹ ਪਤਾ ਚੱਲੇਗਾ ਕਿ ਕਿਵੇਂ ਸਾਊਂਡ ਜਾਂ ਧੁਨੀ ਜਿਹੜੀ ਆ ਉਹ ਇੱਕ ਊਰਜਾ ਦਾ ਰੂਪ ਹੈਗੀ। ਇੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਇੱਕ ਟਿਊਨਿੰਗ ਫੋਕ ਆ ਬੱਚੋ, ਇੱਦਾਂ ਦਾ ਸਾਡੀ ਲੈਬਸ ਦੇ ਵਿੱਚ ਮੌਜੂਦ ਹੁੰਦਾ ਹੈ, ਸਕੂਲ ਲੈਬਸ ਦੇ ਵਿੱਚ ਵੀ। ਤਾਂ ਟਿਊਨਿੰਗ ਫੋਕ ਤੁਸੀਂ ਦੇਖ ਸਕਦੇ ਹੋ, ਲੋਹੇ ਦਾ ਪੁੱਤਰ ਸਟੀਲ ਦਾ ਪੂਰਾ ਬਣਿਆ ਹੋਇਆ। ਇੱਕ ਰਬਰ ਪੈਡ ਹੈਗਾ ਸਾਡੇ ਕੋਲ, ਇਹਦੇ ਉੱਪਰ ਅਸੀਂ ਇਸਨੂੰ ਟਿਊਨਿੰਗ ਫੋਕ ਨੂੰ ਸਟ੍ਰਾਈਕ ਕਰਵਾਵਾਂਗੇ, ਜਿਸ ਦੇ ਨਾਲ ਟਿਊਨਿੰਗ ਫੋਕ ਜਿਹੜਾ ਆ ਉਹ ਵਾਈਬ੍ਰੇਟ ਕਰਨ ਲੱਗ ਜਾਏਗਾ। ਹੋਰ ਸਾਡੇ ਕੋਲ ਥਰਮਾਕੋਲ ਦੀਆਂ ਛੋਟੀਆਂ ਬਾਲਸ ਆ, ਨੀਡਲ ਤੇ ਧਾਗਾ ਸਾਡੇ ਕੋਲ ਇਸ ਐਕਟੀਵਿਟੀ ਲਈ ਚਾਹੀਦਾ ਹੈਗਾ ਬੱਚਿਓ। ਹੁਣ ਅਸੀਂ ਕੀ ਕਰ ਰਹੇ ਹਾਂ ਕਿ ਥਰਮਾਕੋਲ ਦੀਆਂ ਜਿਹੜੀਆਂ ਬਾਲਸ ਆ ਉਹਦੇ ਵਿੱਚੋਂ ਇੱਕ ਬਾਲ ਦੇ ਵਿੱਚੋਂ ਇੱਦਾਂ ਨੀਡਲ ਲੰਘਾ ਕੇ, ਮਤਲਬ ਇੱਕ ਟਾਈਪ ਨਾਲ ਕਹਿ ਲਓ ਕਿ ਅਸੀਂ ਧਾਗੇ ਦੇ ਵਿੱਚ ਉਹਨੂੰ ਪਰੋ ਲਿਆ ਹੈਗਾ। ਹੁਣ ਇਸ ਨੂੰ ਅਸੀਂ ਤੁਸੀਂ ਦੇਖ ਸਕਦੇ ਹੋ ਥਰਮਾਕੋਲ ਦੀ ਇੱਕ ਬਾਲ ਦੇ ਵਿੱਚ ਅਸੀਂ ਧਾਗਾ ਪਾ ਲਿਆ, ਨੀਡਲ ਬਾਹਰ ਕੱਢ ਲਈ ਹੈ। ਤਾਂ ਇਸ ਨੂੰ ਗੰਢ ਮਾਰ ਕੇ ਅਸੀਂ ਇਸ ਨੂੰ ਸਟੈਂਡ ਦੇ ਨਾਲ ਲਗਾ ਦੇਵਾਂਗੇ। ਸਾਡੇ ਕੋਲ ਕਲੈਂਪ ਸਟੈਂਡ ਮੌਜੂਦ ਹੁੰਦਾ ਲੈਬਸ ਦੇ ਵਿੱਚ, ਅਸੀਂ ਇੱਦਾਂ ਇਸ ਨੂੰ ਲਟਕਾ ਦਿੱਤਾ ਹੈਗਾ ਆ ਥਰਮਾਕੋਲ ਦੀ ਜਿਹੜੀ ਬਾਲ ਸੀਗੀ ਧਾਗੇ ਦੇ ਵਿੱਚ। ਹੁਣ ਇੱਥੇ ਤੁਸੀਂ ਦੇਖੋਗੇ ਧਿਆਨ ਦੇ ਨਾਲ, ਇੱਥੇ ਲਿਖਿਆ 512C, ਮਤਲਬ ਇਹਦੀ ਜਿਹੜੀ ਫ੍ਰੀਕੁਐਂਸੀ ਆ ਉਹ 512 ਹੈ। 512 ਦਾ ਮਤਲਬ ਬੱਚਿਓ ਇੱਥੇ ਇਹ ਹੈ ਕਿ ਇਹਨੇ 1 ਸੈਕਿੰਡ ਵਿੱਚ 512 ਵਾਰੀ ਕੰਪਨ ਕਰਨੀ। ਇਹਦੀ ਜਿਹੜੀ ਆਵਰਤੀ ਆ, ਆਪਾਂ ਅੱਗੇ ਵੀ ਗੱਲ ਕਰਾਂਗੇ, ਆਵਰਤੀ ਹੁੰਦੀ ਹੈ ਕਿ 1 ਸੈਕਿੰਡ ਦੇ ਵਿੱਚ ਕਿੰਨੀ ਕੋਈ ਚੀਜ਼ ਜਿਹੜੀ ਆ ਵਾਈਬ੍ਰੇਟ ਕੀਤੀ ਆ, ਕੰਪਨ ਕੀਤੀ ਹੈ। ਜਿੱਦਾਂ ਮੇਰਾ ਤੁਸੀਂ ਹੱਥ ਦੇਖੋ, ਇਹ ਅੱਗੇ ਪਿੱਛੇ ਕਿੰਨੀ ਵਾਰੀ ਹੋਇਆ 1 ਸੈਕਿੰਡ ਦੇ ਵਿੱਚ, 1 ਸੈਕਿੰਡ 'ਚ ਕਿੰਨੀ ਵਾਰੀ ਅੱਗੇ ਪਿੱਛੇ ਹੋਇਆ, ਉਸ ਨੂੰ ਅਸੀਂ ਕਹਿੰਦੇ ਆਵਰਤੀ ਜਾਂ ਫ੍ਰੀਕੁਐਂਸੀ। ਉਹਦੇ ਬਾਰੇ ਅਸੀਂ ਅੱਗੇ ਵੀ ਚਰਚਾ ਕਰਾਂਗੇ। ਇਹਦੀ ਜਿਹੜੀ ਫ੍ਰੀਕੁਐਂਸੀ ਉਹ 512 ਹੈ, ਮਤਲਬ 1 ਸੈਕਿੰਡ ਵਿੱਚ ਅੱਗੇ ਪਿੱਛੇ ਕਿੰਨੀ ਵਾਰੀ ਹੋ ਸਕਦੀ ਹੈ, 512 ਵਾਰੀ। ਅੱਗੇ ਹੁਣ ਆਪਾਂ ਇਹਦੀ ਕੰਟੀਨਿਊ ਕਰਦੇ ਹਾਂ ਐਕਟੀਵਿਟੀ। ਹੁਣ ਤੁਸੀਂ ਦੇਖੋਗੇ ਤੁਸੀਂ ਆਵਾਜ਼ ਵੀ ਸੁਣ ਸਕਦੇ ਹੋ। ਜਦੋਂ ਅਸੀਂ ਰਬੜ ਪੈਡ ਨੂੰ ਉਸ ਟਿਊਨਿੰਗ ਫੋਕ ਦੇ ਉੱਤੇ ਮਾਰਿਆ ਤਾਂ ਆਵਾਜ਼ ਤੁਹਾਨੂੰ ਪੈਦਾ, ਦੇਖੋ ਆਵਾਜ਼ ਸੁਣਦੇ ਪਏ। ਆਵਾਜ਼ ਹੁਣ ਕਿਉਂ ਆਈ? ਕਿਉਂਕਿ ਇਹ ਕੰਪਨ ਕਰਦਾ ਹੋਏਗਾ। ਜੇ ਕੰਪਨ ਨਾ ਕਰਦਾ ਹੋਊਗਾ ਤਾਂ ਆਵਾਜ਼ ਵੀ ਨਹੀਂ ਆਣੀ, ਲੇਕਿਨ ਅਸੀਂ ਕੰਪਨ ਨੂੰ ਦੇਖ ਨਹੀਂ ਪਾ ਰਹੇ। ਪਰ ਹੁਣ ਦੇਖਿਓ, ਜੇ ਨਹੀਂ ਕੰਪਨ ਕਰਦਾ ਪਿਆ ਹੁੰਦਾ ਤਾਂ ਫਿਰ ਬੋਲ ਵੀ ਨਹੀਂ ਹਿਲਣੀ ਸੀ। ਕੰਪਨ ਕਰਦਾ ਪਿਆ ਤਾਂ ਹੀ ਤਾਂ ਬੋਲ ਹਿਲਦੀ ਪਈ ਹੈ। ਦੇਖੋ ਥਰਮਾਕੋਲ, ਇਹ ਕੰਪਨ ਸਾਨੂੰ ਨਜ਼ਰ ਨਹੀਂ ਆ ਰਹੀ ਕਿਉਂਕਿ ਇਹ ਕੰਪਨ ਬਹੁਤ ਜਲਦੀ ਹੁੰਦੀ ਪਈ। 1 ਸੈਕਿੰਡ 'ਚ 512 ਵਾਰੀ ਕੰਪਨ। ਤੁਸੀਂ ਖੁਦ ਸੋਚ ਸਕਦੇ ਹੋ ਕਿ ਕਿੰਨੀ ਜ਼ਿਆਦਾ ਕੰਪਨ ਹੁੰਦੀ ਹੋਏਗੀ। ਤਾਂ
ਕਰਕੇ ਇੱਕ એનર્ਜੀ, ਇੱਥੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਨਜ਼ਰ ਸ਼ਾਇਦ ਆਉਂਦਾ ਹੋਵੇਗਾ ਕਿ ਕਿਵੇਂ ਟਿਊਨਿੰਗ ਫੌਕ ਜਿਹੜਾ ਉਹ ਕੰਪਨ ਕਰਦਾ ਪਿਆ। ਜਾਣ ਕੇ ਤੁਹਾਨੂੰ ਸਲੋ ਮੋਸ਼ਨ ਦੇ ਵਿੱਚ ਇਹ ਵੀਡੀਓ ਦਿਖਾਈ ਜਾ ਰਹੀ ਹੈ ਤਾਂ ਕਿ ਐਂ ਤੁਹਾਨੂੰ ਪਤਾ ਚੱਲ ਸਕੇ ਕਿ ਕਿਵੇਂ ਇੱਕ ਟਿਊਨਿੰਗ ਫੌਕ ਜਿਹੜਾ ਹੈ ਉਹ ਵਾਈਬ੍ਰੇਟ ਕਰਦਾ ਪਿਆ। ਇਸ ਨੂੰ ਅਸੀਂ ਇਹਦਾ ਗਲਾਸ ਦੇ ਵਿੱਚ ਰੱਖਿਆ ਤੇ ਕਿਵੇਂ ਵਾਈਬ੍ਰੇਟ ਕਰਦਾ ਹੋਇਆ ਪਾਣੀ ਦੇ ਜਿਹੜੇ ਕਣ ਆ ਉਹਨਾਂ ਨੂੰ ਉਛਾਲਦਾ ਪਿਆ। ਤਾਂ ਵਾਈਬ੍ਰੇਸ਼ਨ ਇਹ ਪ੍ਰੋਡਿਊਸ ਹੋਈਆਂ ਸਾਊਂਡ ਜਿਹੜੀ ਆ ਉਹ ਇੱਕ ਟਾਈਪ ਦੀ ਐਨਰਜੀ ਹੀ ਆ ਜਿਹੜੀ ਸਾਨੂੰ ਇੱਥੇ ਦੇਖਣ ਨੂੰ ਮਿਲੀ, ਕਿਉਂਕਿ ਕੰਪਨ ਹੁੰਦਾ ਪਿਆ ਆ। ਬਿਨਾਂ ਐਨਰਜੀ ਤੋਂ ਇਹ ਚੀਜ਼ ਪੋਸੀਬਲ ਨਹੀਂ ਸੀ। ਇੱਕ ਇੱਥੇ ਹੋਰ ਕਿਰਿਆ ਆਪਾਂ ਦੇਖ ਸਕਦੇ ਹਾਂ, ਇੱਕ ਆਪਾਂ ਬॉल ਦੇ ਉੱਪਰ ਕਾਰਡਬੋਰਡ ਸ਼ੀਟ ਪਲਾਸਟਿਕ ਦੀ ਸ਼ੀਟ ਲਗਾ ਕੇ ਉੱਪਰ ਚਾਵਲ ਦੇ ਦਾਣੇ ਪਾ ਦਿੱਤੇ। ਜਿਵੇਂ ਹੀ ਅਸੀਂ ਥਾਲੀ ਦੇ ਉੱਪਰ ਚਮਚ ਨਾਲ ਸਟਰਾਈਕ ਕਰਦੇ ਹਾਂ ਤਾਂ ਚਾਵਲ ਦੇ ਦਾਣੇ ਉੱਠਣਾ ਸ਼ੁਰੂ ਕਰ ਦਿੰਦੇ। ਤੁਸੀਂ ਦੇਖੋਗੇ ਧਿਆਨ ਦੇ ਨਾਲ ਆਪਣੀ ਐਕਟੀਵਿਟੀ ਦੇ ਵਿੱਚ, ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਹੀ ਅਸੀਂ ਉਸਨੂੰ ਆਪਣੇ ਪਲੇਟ ਨੂੰ ਚਮਚ ਦੇ ਨਾਲ ਸਟਰਾਈਕ ਕਰਵਾਉਂਦੇ ਆ ਤਾਂ ਉਹ ਕੰਪਨ ਕਰਨ ਲੱਗ ਜਾਂਦੇ ਚਾਵਲ ਦੇ ਦਾਣੇ। ਹੁਣ ਉਹ ਜਿਹੜੀ ਊਰਜਾ ਸੀਗੀ ਜਿਹੜੀ ਉੱਥੋਂ ਦੀ ਥਾਲੀ ਤੋਂ ਇੱਥੇ ਤੱਕ ਪਹੁੰਚੀ ਹੈ ਚਾਵਲਾਂ ਤੱਕ, ਉਹ ਕੋਈ ਊਰਜਾ ਹੀ ਹੋਏਗੀ। ਤਾਂ ਉਹ ਊਰਜਾ ਇੱਥੇ ਕਿਉਂਕਿ ਸਾਨੂੰ ਆਵਾਜ਼ ਵੀ ਉਹਦੀ ਸੁਣਾਈ ਦਿੰਦੀ ਪਈ ਹੈ ਤਾਂ ਸਾਊਂਡ ਐਨਰਜੀ, ਤਾਂ ਸਾਊਂਡ ਇਜ਼ ਅ ਫਾਰਮ ਆਫ ਐਨਰਜੀ ਵਿਚ ਪ੍ਰੋਵਾਈਡ ਦਾ ਸੈਂਸੇਸ਼ਨ ਆਫ ਹੀਅਰਿੰਗ। ਇੱਥੇ ਸਾਊਂਡ ਦੀ ਜਿਹੜੀ ਐਨਰਜੀ ਹੈ, ਸਾਊਂਡ ਦੀ ਜਿਹੜੀ ਊਰਜਾ ਆ, ਉਹਨੇ ਰਾਈਸ ਗ੍ਰੇਨਸ ਨੂੰ ਹਿਲਾ ਦਿੱਤਾ ਹੈਗਾ। ਇੰਝ ਹੀ ਬੱਚਿਓ ਤੁਸੀਂ ਅਗਰ ਕਦੇ ਦੇਖਿਆ ਹੋਵੇ ਕਿ ਕੋਈ ਵੀ ਚੀਜ਼ ਜਦੋਂ ਵਾਈਬ੍ਰੇਟ ਕਰਦੀ ਹੈ ਉਹ ਆਪਣੀ ਜਗ੍ਹਾ ਤੋਂ ਹਿਲ ਜਾਂਦੀ ਹੈ, ਤਾਂ ਇੱਥੇ ਵੀ ਜਿਹੜੀ ਸਾਊਂਡ ਆ ਉਹਨੇ ਵਾਈਬ੍ਰੇਸ਼ਨ ਕੀਤੀ। ਹੁਣ ਆਪਾਂ ਬੱਚਿਓ ਇਹ ਦੇਖਾਂਗੇ ਕਿ ਸਾਊਂਡ ਕਿਵੇਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਦੀ ਹੈ ਵਾਈਬ੍ਰੇਟ ਕਰਦੀ ਹੋਈ। ਉਸ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਅਸੀਂ ਸਾਰੇ ਤਰ੍ਹਾਂ ਦੀਆਂ ਵਾਈਬ੍ਰੇਸ਼ਨ ਸੁਣ ਸਕਦੇ ਹਾਂ ਜਾਂ ਨਹੀਂ। ਅੱਗੇ ਮੈਨੂੰ ਉਮੀਦ ਹੈ ਬੱਚੇ ਤੁਹਾਨੂੰ ਧੁਨੀ ਕੀ ਹੈ, ਵਟ ਇਜ਼ ਸਾਊਂਡ, ਇਹਦੇ ਬਾਰੇ ਪ੍ਰੋਪਰ ਪਤਾ ਚੱਲ ਗਿਆ ਹੋਵੇਗਾ। ਨੈਕਸਟ ਬੱਚਿਓ ਅਸੀਂ ਦੇਖਣ ਵਾਲੇ ਹਾਂ ਸਾਊਂਡ ਪ੍ਰੋਡਿਊਸਡ ਬਾਏ ਹਿਊਮਨਸ, ਮਨੁੱਖਾਂ ਦੁਆਰਾ ਧੁਨੀ ਕਿਵੇਂ ਪੈਦਾ ਕੀਤੀ ਜਾਂਦੀ। ਹੁਣ ਪਹਿਲਾਂ ਤੁਸੀਂ ਦੇਖਿਆ ਕਿ ਕੋਈ ਵੀ ਚੀਜ਼ ਜਿਹੜੀ ਕੰਪਨ ਕਰਦੀ ਪਈ ਆ, ਵਾਈਬ੍ਰੇਟ ਕਰਦੀ ਪਈ ਆ, ਉਹ ਸਾਊਂਡ ਪੈਦਾ ਕਰੇਗੀ। ਤਾਂ ਮਨੁੱਖਾਂ ਦੇ ਅੰਦਰ ਮਤਲਬ ਜੇ ਮੈਂ ਹੁਣ ਬੋਲਦਾ ਪਿਆ ਤਾਂ ਮੇਰੇ ਅੰਦਰ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਵਾਈਬ੍ਰੇਟ ਕਰਦੀ ਪਈ ਆ, ਤਾਂ ਮੇਰੇ ਅੰਦਰ ਆ ਜਿਹੜਾ ਗਲਾ, ਗਲੇ ਦੇ ਵਿੱਚ ਅਗਰ ਤੁਸੀਂ ਇੱਥੇ ਉਂਗਲ ਲਗਾ ਕੇ ਦੇਖੋਗੇ ਤਾਂ ਇੱਥੇ ਇਹਨੂੰ ਲਾਰਨੈਕਸ ਬੋਲਦੇ ਇਸ ਚੀਜ਼ ਨੂੰ। ਇਹਦੇ ਬਾਰੇ ਵੀ ਆਪਾਂ ਬੱਚਿਓ ਇੱਥੇ ਪੜ੍ਹਨਾ ਹੈਗਾ। ਹਾਊ ਹਿਊਮਨਸ ਪ੍ਰੋਡਿਊਸ ਸਾਊਂਡ, ਮਨੁੱਖਾਂ ਦੁਆਰਾ ਧੁਨੀ ਕਿਵੇਂ ਪੈਦਾ ਕੀਤੀ ਜਾਂਦੀ ਹੈ। ਹੁਣ ਤੁਸੀਂ ਬੱਚਿਓ ਪਹਿਲਾਂ ਆਹ ਤਾਂ ਦੇਖ ਲਿਆ ਕਿ ਗਿਟਾਰ ਕਿਵੇਂ ਧੁਨੀ ਪੈਦਾ ਕਰਦਾ, ਤਬਲਾ ਉਹਦੀ ਜਿਹੜੀ ਮੈਂਬਰੇਨ ਆ ਉੱਥੋਂ ਦੀ ਧੁਨੀ ਪੈਦਾ ਹੁੰਦੀ ਆ, ਜਿਹੜੀ ਫਲੂਟ ਆ ਉਹਦੇ ਏਅਰ ਕਾਲਮ ਵਾਈਬ੍ਰੇਟ ਕਰਦੇ ਆ, ਹਵਾ ਵਾਈਬ੍ਰੇਟ ਕਰਦੀ ਹੈ ਤੇ ਸਾਊਂਡ ਪੈਦਾ ਹੁੰਦਾ। ਹਿਊਮਨਸ ਦੇ ਵਿੱਚ ਅਜਿਹੀ ਕਿਹੜੀ ਚੀਜ਼ ਆ ਜਿਹੜੀ ਵਾਈਬ੍ਰੇਟ ਕਰਦੀ ਹੈ, ਤਾਂ ਸਾਡੇ ਇੱਥੇ ਹੁੰਦਾ ਪੁੱਤਰ ਵੌਇਸ ਬਾਕਸ, ਜਿਹਨੂੰ ਅਸੀਂ ਬੋਲਦੇ ਹਾਂ ਕੰਠ ਪਟਾਰੀ ਜਾਂ ਵਾਕ। ਦੇਖੋ ਤੁਸੀਂ ਇੱਥੇ ਵੌਇਸ ਬਾਕਸ ਜਾਂ ਫਿਰ ਵਾਕ ਯੰਤਰ ਜਾਂ ਕੰਠ, ਲਾਰਨੈਕਸ ਬੋਲਦੇ ਆ ਇਹਨੂੰ ਇੰਗਲਿਸ਼ ਦੇ ਵਿੱਚ। ਇਹਦੇ ਦੁਆਰਾ ਜਿਹੜੀ ਧੁਨੀ ਆ ਉਹ ਪੈਦਾ ਕੀਤੀ ਜਾਂਦੀ। ਵੌਇਸ ਬਾਕਸ ਬੋਲਦੇ, ਲਾਰਨੈਕਸ ਪੰਜਾਬੀ 'ਚ ਵਾਕ ਯੰਤਰ ਜਾਂ ਕੰਠ ਇਹਨੂੰ ਬੋਲਿਆ ਜਾਂਦਾ। ਇਹ ਪੁੱਤਰ ਸਾਡਾ ਜਿਹੜਾ ਵੌਇਸ ਬਾਕਸ ਆ ਉਹ ਵਿੰਡ ਪਾਈਪ ਤੇ ਉੱਪਰ ਹੁੰਦਾ, ਮਤਲਬ ਜਿਹੜੀ ਸਾਡੀ ਹਵਾ ਲੈ ਕੇ ਜਾਣ ਵਾਲੀ ਪਾਈਪ ਆ ਬਿਲਕੁਲ ਉਹਦੇ ਉੱਤੇ। ਹੁਣ ਇਹਦੇ ਵਿੱਚ ਵੋਕਲ ਕੋਰਡਸ ਬੱਚਿਓ ਹੁੰਦੇ। ਵਾਕ ਯੰਤਰ ਜਾਂ ਸੰਘ ਦੇ ਆਰ ਪਾਰ ਦੋ ਸੁਰ ਤੰਦ, ਪੰਜਾਬੀ 'ਚ ਸੁਰ ਤੰਦ ਬੋਲਦੇ ਆ ਤੇ ਇੰਗਲਿਸ਼ ਵਿੱਚ ਇਸ ਨੂੰ ਵੋਕਲ ਕੋਰਡਸ ਆਪਾਂ ਬੋਲਦੇ ਹੈਗੇ ਆ, ਜਿਨ੍ਹਾਂ ਵਿੱਚ ਹਵਾ ਨਿਕਲਣ ਲਈ ਇੱਕ ਤੰਗ ਝਿਰੀ ਜਾਂ ਸਲਿੱਟ ਮੌਜੂਦ ਹੁੰਦੀ ਹੈ। ਇੱਥੇ ਤੁਸੀਂ ਪੀਲੇ ਰੰਗ ਦੀ ਜਿਹੜੀ ਸਲਿੱਟ ਦੇਖਦੇ ਪਏ ਆ ਉਹ ਹਵਾ ਨਿਕਲਣ ਦੇ ਲਈ ਜਗ੍ਹਾ ਹੁੰਦੀ ਆ, ਤੁਸੀਂ ਦੇਖ ਸਕਦੇ ਹੋ ਸਲਿੱਟ ਆ। ਹੁਣ ਉਹ ਜਿਹੜੇ ਵੋਕਲ ਕੋਰਡਸ ਆ ਉਹ ਕੰਪਨ ਕਰਦੇ, ਉਹਦੇ ਨਾਲ ਨਾਲ ਮਸਲਸ ਜਿਹੜੇ ਆ ਉਹ ਜੁੜੇ ਹੋਏ। ਇੱਥੇ ਤੁਸੀਂ ਦੇਖ ਸਕਦੇ ਆ ਮਸਲਸ ਉਹਦੇ ਨਾਲ ਜੁੜੇ ਹੋਏ ਆ। ਮਸਲਸ ਅਸੀਂ ਅਗਰ ਜ਼ਿਆਦਾ ਉੱਚੀ ਬੋਲਦੇ ਪਏ ਆ, ਇਹ ਰਿਲੈਕਸ ਤੇ ਕੰਟਰੈਕਟ ਹੋ ਸਕਦੇ ਆ, ਮਤਲਬ ਟਾਈਟ ਹੋ ਸਕਦੇ ਆ, ਟਾਈਟ ਹੋਊਗੇ ਤਾਂ ਪਤਲੇ ਹੋਊਗੇ ਤੇ ਜੇ ਰਿਲੈਕਸ ਹੋਊਗੇ ਤਾਂ ਮੋਟੇ ਹੋਊਗੇ। ਇੱਥੇ ਤੁਸੀਂ ਦੋਵਾਂ 'ਚ ਫਰਕ ਦੇਖ ਸਕਦੇ ਹੋ। ਉੱਧਰਲੇ ਪਾਸੇ ਟਾਈਟ ਐਂਡ ਥਿਨ ਆ, ਇੱਧਰਲੇ ਪਾਸੇ ਤੁਹਾਡੇ ਕੋਲ ਤੁਸੀਂ ਕਹਿ ਸਕਦੇ ਆ ਰਿਲੈਕਸ ਜਾਂ ਕੰਪਰੈਸ ਜਾਂ ਲੂਜ਼ ਐਂਡ ਥਿਕ ਹੈਗੇ। ਤਾਂ ਇੱਥੇ ਬੱਚਿਓ ਤੁਸੀਂ ਇਹ ਗੱਲ ਯਾਦ ਰੱਖ ਲੈਣੀ ਹੈ ਕਿ ਹਿਊਮਨ ਦੇ ਵਿੱਚ ਜਿਹੜੀ ਆਵਾਜ਼ ਜਿਹੜੀ ਆ ਉਹ ਪੈਦਾ ਕਿਹਦੇ ਦੁਆਰਾ ਹੁੰਦੀ ਆ, ਵੌਇਸ ਬਾਕਸ ਜਾਂ ਲਾਰਨੈਕਸ ਦੁਆਰਾ, ਕਿਉਂਕਿ ਉਹਦੇ ਵਿੱਚ ਵੋਕਲ ਕੋਰਡਸ ਹੁੰਦੇ ਆ। ਵੌਇਸ ਬਾਕਸ ਇਜ਼ ਲੋਕੇਟਡ ਐਟ ਦ ਅਪਰ ਐਂਡ ਆਫ ਦ ਵਿੰਡ ਪਾਈਪ। ਟੂ ਵੋਕਲ ਕੋਰਡਸ ਆਰ ਸਟ੍ਰੈਚ ਅਕ੍ਰੋਸ ਦ ਵੌਇਸ ਬਾਕਸ ਔਰ ਲਾਰਨੈਕਸ ਇਨ ਸੱਚ ਏ ਵੇ ਦੈਟ ਇਟ ਲੀਵਸ ਅ ਨੈਰੋ ਸਲਿਟ ਬਿਟਵੀਨ them for the passage of air। ਹਵਾ ਨਿਕਲਣ ਦੇ ਲਈ ਇੱਕ ਛੋਟੀ ਜਿਹੀ ਝਿਰੀ ਹੀ ਬਣੀ ਹੁੰਦੀ ਹੈ। when the lungs force air through the slit the vocal cords vibrate and produce sound। ਸਾਡੇ ਫੇਫੜਿਆਂ ਦੇ ਵਿੱਚੋਂ ਜਦੋਂ ਹਵਾ ਬਾਹਰ ਨਿਕਲਦੀ ਆ ਬੱਚਿਓ ਤਾਂ ਉਹ ਵਾਈਬ੍ਰੇਟ ਕਰਦੇ ਤੇ ਸਾਊਂਡ ਪੈਦਾ ਹੁੰਦੀ ਹੈ। ਅਲੱਗ-ਅਲੱਗ
ਅਲੱਗ-ਅਲੱਗ ਮਨੁੱਖਾਂ ਦੀ ਆਵਾਜ਼ ਇਸੇ ਕਰਕੇ ਅਲੱਗ-ਅਲੱਗ ਹੁੰਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਵੋਕਲ ਕੋਰਡ ਦਾ ਜਿਹੜਾ ਸਾਈਜ਼ ਆ ਉਹ ਅਲੱਗ-ਅਲੱਗ ਹੋਵੇਗਾ। ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਹੁਣ ਜੇਕਰ ਸਵੇਰੇ ਸਾਡੀ ਆਵਾਜ਼, ਜੇਕਰ ਤੁਸੀਂ ਸੁੱਤੇ ਉੱਠੇ ਹੋ ਤਾਂ ਤੁਹਾਡੀ ਆਵਾਜ਼ ਬੱਚਿਓ ਭਾਰੀ ਹੁੰਦੀ ਹੈ, ਅਤੇ ਜੇਕਰ ਤੁਸੀਂ 2-3 ਘੰਟਿਆਂ ਬਾਅਦ ਆਪਣੀ ਆਵਾਜ਼ ਸੁਣੋਗੇ ਤਾਂ ਤੁਹਾਡੀ ਆਵਾਜ਼ 'ਚ ਥੋੜ੍ਹਾ ਜਿਹਾ ਫਰਕ ਆ ਜਾਂਦਾ। ਉਹ ਫਰਕ ਇਸੇ ਕਰਕੇ ਆ ਜਾਂਦਾ ਕਿਉਂਕਿ ਵੋਕਲ ਕੋਰਡਸ ਦੇ ਨਾਲ ਜਿਹੜੀਆਂ ਤੁਹਾਡੀਆਂ ਮਾਸਪੇਸ਼ੀਆਂ ਲੱਗੀਆਂ ਹੋਈਆਂ, ਜਿਹੜੇ ਮਸਲਸ ਲੱਗੇ ਹੋਏ ਆ, ਉਹ ਲੂਜ਼ ਜਾਂ ਟਾਈਟ ਹੋ ਜਾਂਦੇ, ਜਿਹਦੇ ਕਰਕੇ ਅਲੱਗ-ਅਲੱਗ ਸਾਨੂੰ ਜਿਹੜੀ ਵੋਇਸ ਦੀ ਜਿਹੜੀ ਕੁਆਲਿਟੀ ਆ ਉਹ ਸੁਣਨ ਨੂੰ ਮਿਲਦੀ ਹੈਗੀ। ਇੱਥੇ ਤੁਸੀਂ ਦੇਖ ਸਕਦੇ ਹੋ ਜੇਕਰ ਸਾਡੇ ਵੋਇਸ ਜਾਂ ਵੋਕਲ ਕੋਰਡਸ ਦੇ ਜਿਹੜੇ ਮਸਲਸ ਆ, ਜੇਕਰ ਉਹ ਐਨ ਸਟਰੈਚਡ ਹੋਊਗੇ, ਉਹਨਾਂ ਦੀ ਆਵਾਜ਼ ਅਲੱਗ ਹੋਏਗੀ। ਉਹਦੀ ਐਗਜ਼ਾਮਪਲ ਦਿੱਤੀ ਹੋਈ ਹੈ ਰਬੜ ਬੈਂਡ ਦੀ ਸਟਰੈਚਿੰਗ। ਜਿੰਨਾ ਜ਼ਿਆਦਾ ਰਬੜ ਬੈਂਡ ਸਟਰੈਚ ਹੋਊਗਾ ਉਹਦੀ ਆਵਾਜ਼, ਜਿਹੜਾ ਘੱਟ ਸਟਰੈਚ ਆ ਉਹਦੀ ਆਵਾਜ਼ 'ਚ ਫਰਕ ਹੋਏਗਾ। ਤੁਸੀਂ ਇੱਥੇ ਸੁਣ ਸਕਦੇ ਹੋ। ਇੱਥੇ ਤੁਸੀਂ ਸੁਣਿਆ ਕਿ ਅਲੱਗ-ਅਲੱਗ ਆਵਾਜ਼ ਸਾਨੂੰ ਇਹਦੇ ਵਿੱਚ ਮੌਜੂਦ ਆ ਸੁਣਾਈ ਦਿੰਦੀ ਪਈ। ਕਿਉਂ ਅਲੱਗ-ਅਲੱਗ ਹੈ? ਕਿਉਂਕਿ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਸਟਰੈਚ ਕੀਤਾ ਗਿਆ ਇੱਕ ਰਬੜ ਬੈਂਡ ਨੂੰ, ਦੂਸਰੇ ਨੂੰ ਕਿੰਨਾ ਘੱਟ ਸਟਰੈਚ ਕੀਤਾ ਗਿਆ, ਜਿਹਦੇ ਕਰਕੇ ਆਵਾਜ਼ ਬਦਲਦੀ ਹੈ। ਮੇਲ ਦੇ ਵਿੱਚ ਜਿਹੜਾ ਵੋਕਲ ਕੋਰਡ ਹੁੰਦਾ ਉਹਦੀ ਜਿਹੜੀ ਲੰਬਾਈ ਆ ਉਹ 20 mm ਹੁੰਦੀ ਆ, ਫੀਮੇਲ 'ਚ 15 mm ਦੀ ਵੋਕਲ ਕੋਰਡ ਦੀ ਲੰਬਾਈ ਹੈ। ਚਿਲਡਰਨ ਦੇ ਵਿੱਚ ਹੋਰ ਜ਼ਿਆਦਾ ਬਹੁਤ ਛੋਟੀ ਵੋਕਲ ਕੋਰਡ ਦੀ ਲੰਬਾਈ ਹੁੰਦੀ ਆ, ਜਿਹਦੇ ਕਰਕੇ ਮੇਲ, ਫੀਮੇਲ ਅਤੇ ਬੱਚਿਆਂ ਦੀ ਆਵਾਜ਼ ਦੇ ਵਿੱਚ ਬੱਚਿਓ ਫਰਕ ਹੁੰਦਾ। ਮੇਲ ਦੇ ਵੋਕਲ ਕੋਰਡਸ ਵੱਡੇ ਹੁੰਦੇ, ਜਿਹਦੇ ਕਰਕੇ ਜਦੋਂ ਫੇਫੜਿਆਂ ਦੇ ਵਿੱਚੋਂ ਹਵਾ ਨਿਕਲਦੀ ਹੈ ਝਿਰੀ ਦੇ ਵਿੱਚੋਂ, ਉਹ ਜ਼ਿਆਦਾ ਮਤਲਬ ਅਲੱਗ ਕੁਆਲਿਟੀ ਦੇ ਨਾਲ ਨਿਕਲੇਗੀ। ਫੀਮੇਲ ਦੇ ਵਿੱਚ ਅਲੱਗ ਦੇ ਨਾਲ ਅਤੇ ਚਿਲਡਰਨ ਦੇ ਵਿੱਚ ਅਲੱਗ ਦੇ ਨਾਲ। ਸਿਰਫ ਵੋਕਲ ਕੋਰਡਸ ਦੀ ਜਿਹੜੀ ਉਹ ਝਿਰੀ ਹੈ ਜਾਂ ਵੋਕਲ ਕੋਰਡ ਦਾ ਜਿਹੜਾ ਉਹ ਸਾਈਜ਼ ਆ, ਉਹਦੇ ਕਰਕੇ ਆਵਾਜ਼ ਦੀ ਜਿਹੜੀ ਕੁਆਲਿਟੀ ਆ ਉਹ ਫਰਕ ਪੈਂਦਾ। ਤਾਂ ਜਦੋਂ ਫੇਫੜਿਆਂ ਜਾਂ ਲੰਗਸ ਤੋਂ ਹਵਾ ਬਲਪੂਰਵਕ ਬਾਹਰ ਨਿਕਲਦੀ ਹੈ ਤਾਂ ਸੁਰ ਤੰਦ, ਜਿਹਨੂੰ ਅਸੀਂ ਵੋਕਲ ਕੋਰਡਸ ਕਹਿੰਦੇ ਆ, ਕੰਪਿਤ ਹੁੰਦੇ ਹਨ, ਜਿਸ ਨਾਲ ਧੁਨੀ ਪੈਦਾ ਬੱਚਿਓ ਹੁੰਦੀ। ਇਹਨਾਂ ਸੁਰ ਤੰਦ ਜਾਂ ਵੋਕਲ ਕੋਰਡਸ ਨਾਲ ਮਾਸਪੇਸ਼ੀਆਂ ਜੁੜੀਆਂ ਹੁੰਦੀਆਂ ਹਨ, ਉਹਦੇ ਬਾਰੇ ਵੀ ਆਪਾਂ ਬੱਚਿਓ ਚਰਚਾ ਕਰ ਲਈਏ। ਉਹ ਮਾਸਪੇਸ਼ੀਆਂ ਕਦੀ ਕਦਾਰ ਲੂਜ਼ ਹੋ ਜਾਂਦੀਆਂ, ਕਦੀ ਕਦਾਰ ਤੁਸੀਂ ਕਹਿ ਸਕਦੇ ਆ ਕਿ ਟਾਈਟ ਹੋ ਜਾਂਦੀਆਂ, ਜਿਹਦੇ ਕਰਕੇ ਸਾਡੀ ਹੀ ਆਪਣੀ ਹੀ ਆਵਾਜ਼ ਸਵੇਰੇ ਕੁਝ ਹੋਰ ਹੁੰਦੀ ਆ ਅਤੇ 2-3 ਘੰਟਿਆਂ ਬਾਅਦ ਕੁਝ ਹੋਰ ਹੋ ਜਾਂਦੀ ਹੈ। ਨੈਕਸਟ ਬੱਚਿਓ ਅਸੀਂ ਦੇਖਦੇ ਹਾਂ ਸਾਊਂਡ ਪ੍ਰੋਡਿਊਸਡ ਬਾਏ ਹਿਊਮਨਸ। ਮਨੁੱਖਾਂ ਦੁਆਰਾ ਧੁਨੀ ਕਿਵੇਂ ਪੈਦਾ ਕੀਤੀ ਜਾਂਦੀ ਹੈ ਉਹ ਆਪਾਂ ਦੇਖ ਵੀ ਲਿਆ ਕਿ ਵੋਇਸ ਬਾਕਸ ਦੇ ਕਾਰਨ। ਹੋਰ ਇਹਦੇ ਵਿੱਚ ਕੁਝ ਐਕਸਪਲੇਨ ਕਰਨ ਨੂੰ ਹੋਏਗਾ ਤਾਂ ਉਹ ਵੀ ਹੁਣ ਦੇਖ ਲੈਂਦੇ ਹਾਂ। ਵੈਨ ਦ ਲੰਗਸ ਫੋਰਸ ਦ ਏਅਰ ਥਰੂ ਦ ਸਲਿਟ ਦ ਵੋਕਲ ਕੋਰਡਸ ਵਾਈਬਰੇਟ ਪ੍ਰੋਡਿਊਸਿੰਗ ਸਾਊਂਡ। ਮਸਲ ਅਟੈਚ ਟੂ ਦ ਵੋਕਲ ਕੋਰਡਸ ਕੈਨ ਮੇਕ ਦ ਕੋਰਡਸ tight or loose. When the vocal cords are tight and thin, the type of the quality of voice is different from that when they are loose and thick. ਜਦੋਂ ਉਹ ਟਾਈਟ ਆ ਤੇ ਉਹ ਫਿਰ ਜਿਹੜੇ ਉਹਦੇ ਮਸਲਸ ਹੁੰਦੇ ਉਹ ਪਤਲੇ ਹੋ ਜਾਂਦੇ, ਉਦੋਂ ਕੁਆਲਿਟੀ ਕਹਿੰਦਾ ਅਲੱਗ ਹੁੰਦੀ ਹੈ। ਤੇ ਜਦੋਂ ਅਸੀਂ ਸਾਡੇ ਜਿਹੜੇ ਵੋਕਲ ਕੋਰਡਸ ਆ ਉਹ ਲੂਜ਼ ਹੋ ਜਾਣ ਤੇ ਉਹ ਮੋਟੇ ਹੋ ਜਾਂਦੇ, ਜਿਹਦੇ ਕਰਕੇ ਸਾਡੀ ਹੀ ਆਪਣੀ ਆਵਾਜ਼ ਉਹ ਅਲੱਗ ਹੋ ਜਾਂਦੀ। ਇੱਥੇ ਤੁਸੀਂ ਦੇਖ ਵੀ ਸਕਦੇ ਹੋ। ਫਿਰ ਦੁਬਾਰਾ ਤੋਂ ਤੁਹਾਨੂੰ ਰੈਫਰੈਂਸ ਦੇ ਲਈ ਦੱਸਿਆ ਜਾ ਰਿਹਾ ਕਿ ਸਾਡਾ ਇੱਥੇ ਕੰਠ ਪਟਾਰੀ ਹੁੰਦੀ ਹੈ। ਤੁਸੀਂ ਇੱਥੇ ਹੱਥ ਲਾ ਕੇ ਅਗਰ ਆ ਕਰੋਗੇ ਤਾਂ ਤੁਹਾਨੂੰ ਇਹ ਚੀਜ਼ ਵਾਈਬਰੇਟ ਹੁੰਦੀ ਹੋਈ ਨਜ਼ਰ ਵੀ ਆਵੇਗੀ, ਅਤੇ ਜੇ ਕੰਬਦੀ ਪਈ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਧੁਨੀ ਪੈਦਾ ਹੋਏਗੀ। ਹੁਣ ਇਹਦੇ ਵਿੱਚ ਕਿਹੜੀ ਚੀਜ਼ ਕੰਬਦੀ ਹੈ ਤਾਂ ਤੁਸੀਂ ਦੇਖਿਆ ਇਹਦੇ ਵਿੱਚ ਸਾਡੇ ਵਿੰਡ ਪਾਈਪ ਦੇ ਉੱਪਰਲੇ ਪਾਸੇ ਵੋਕਲ ਕੋਰਡਸ ਮੌਜੂਦ ਹੁੰਦੇ ਆ। ਵੋਕਲ ਕੋਰਡਸ ਹਰੇਕ ਕਹਿ ਲਓ ਕਿ ਮੇਲ ਵਿੱਚ ਅਲੱਗ ਸਾਈਜ਼ ਦੇ ਹੁੰਦੇ। ਤੁਸੀਂ ਦੇਖਿਆ 20 mm ਹੁੰਦੇ ਆ ਮਿਲੀਮੀਟਰ, ਅਤੇ ਫੀਮੇਲ ਦੇ ਵਿੱਚ 15 ਮਿਲੀਮੀਟਰ, ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਛੋਟੇ ਛੋਟੇ ਹੁੰਦੇ ਆ। ਇਹ ਸਾਈਜ਼ ਦੇ ਵਿੱਚ ਜਿਹੜਾ ਫਰਕ ਆ, ਇਹਦੇ ਕਰਕੇ ਹੀ ਜਿਹੜੀ ਵੋਇਸ ਆ, ਜਿਹੜੀ ਆਵਾਜ਼ ਆ, ਉਹਦੇ ਵਿੱਚ ਫਰਕ ਸਾਨੂੰ ਮਹਿਸੂਸ ਹੁੰਦਾ ਹੈਗਾ। ਤਾਂ ਮੈਨੂੰ ਉਮੀਦ ਆ ਬੱਚੇ ਤੁਹਾਨੂੰ ਇਹ ਸਮਝ ਲੱਗ ਗਈ ਹੋਵੇਗੀ। ਹਿਊਮਨਸ ਦੇ ਮੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੋਕਲ ਕੋਰਡ ਆ ਉਹ 20 mm ਆ, ਫੀਮੇਲ ਦੇ ਵਿੱਚ ਛੋਟਾ ਆ ਥੋੜ੍ਹਾ ਜਿਹਾ 15 mm ਆ, ਅਤੇ ਚਿਲਡਰਨ ਦੇ ਵਿੱਚ ਬਹੁਤ ਜ਼ਿਆਦਾ ਛੋਟਾ ਆ, ਜਿਹਦੇ ਕਰਕੇ ਇਹਨਾਂ ਦੀਆਂ ਆਵਾਜ਼ਾਂ ਵੀ ਕੀ ਆ ਉਹ ਅਲੱਗ-ਅਲੱਗ ਪੈਦਾ ਹੁੰਦੀਆਂ। ਨੈਕਸਟ ਆਪਾਂ ਬੱਚਿਓ ਗੱਲ ਕਰੀਏ, ਕੈਨ ਵੀ ਲਿਸਨ ਟੂ ਆਲ ਟਾਈਪਸ ਆਫ ਸਾਊਂਡ ਵਾਈਬ੍ਰੇਸ਼ਨ। ਕੀ ਅਸੀਂ ਹਰ ਤਰ੍ਹਾਂ ਦੀ ਕੰਪਨ ਦੀ ਧੁਨੀ ਨੂੰ ਸੁਣ ਸਕਦੇ ਹਾਂ? ਮਤਲਬ ਜੇਕਰ ਹੁਣ ਮੇਰਾ ਹੱਥ ਆ ਵੀ ਮੈਂ ਕਹਾਂ ਕਿ ਅੱਗੇ ਪਿੱਛੇ ਹੁੰਦਾ ਪਿਆ, ਕੀ ਇਹ ਕੰਪਨ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ? ਸੁਣੋ ਤਾਂ, ਮੈਨੂੰ ਤਾਂ ਬੱਚੇ ਸੁਣਾਈ ਨਹੀਂ ਦਿੰਦੀ ਪਈ। ਤਾਂ ਇਸ ਦਾ ਉੱਤਰ ਆਏਗਾ ਨਹੀਂ। ਮਤਲਬ ਅਗਰ ਕੋਈ ਵੀ ਚੀਜ਼ ਜੇ ਕੰਪਨ ਕਰਦੀ ਪਈ ਆ, ਹੁਣ ਮੇਰੀ ਉਂਗਲੀ ਇੱਦਾਂ ਕੰਪਨ ਕਰਦੀ ਪਈ ਆ,
ਲੇਕਿਨ ਮੈਨੂੰ ਆਵਾਜ਼ ਸੁਣਾਈ ਨਹੀਂ ਦਿੰਦੀ। ਪਹਿਲਾਂ ਆਪਾਂ ਦੇਖਿਆ ਕਿ ਮੈਨੂੰ ਹਰ ਤਰ੍ਹਾਂ ਦੀਆਂ ਕੰਪਨ ਵੀ ਦਿਖਾਈ ਨਹੀਂ ਦਿੰਦੀਆਂ ਸੀਗੀਆਂ। ਕੁਝ ਕੰਪਨਾਂ ਨੂੰ ਮੈਂ ਸੁਣ ਸਕਦਾ ਸੀਗਾ, ਕੁਝ ਕੰਪਨਾਂ ਨੂੰ ਹੀ ਮੈਂ ਦੇਖ ਸਕਦਾ ਸੀਗਾ, ਤੇ ਹੁਣ ਮੈਂ ਕਹਿੰਦਾ ਪਿਆ ਕਿ ਕੁਝ ਕੰਪਨਾਂ ਨੂੰ ਹੀ ਮੈਂ ਸੁਣ ਵੀ ਸਕਦਾ। ਸਾਰੀਆਂ ਕੰਪਨਾਂ ਨੂੰ ਮੈਂ ਸੁਣ ਵੀ ਨਹੀਂ ਸਕਦਾ। ਹੁਣ ਆਹ ਕੰਬਦਾ ਤਾਂ ਪਿਆ ਮੇਰਾ ਹੱਥ, ਲੇਕਿਨ ਮੈਂ ਇਹਨੂੰ ਸੁਣ ਨਹੀਂ ਸਕਦਾ। ਦੇਖ ਸਕਦਾ ਵਾਂ ਕਿ ਕੰਪਿਤ ਹੁੰਦਾ ਪਿਆ, ਲੇਕਿਨ ਮੈਂ ਸੁਣ ਨਹੀਂ ਸਕਦਾ। ਕਿਉਂ ਨਹੀਂ ਸੁਣ ਸਕਦਾ? ਕਿਉਂਕਿ ਪੁੱਤਰ ਸਾਡੇ ਕੰਨਾਂ ਦੀ ਇੱਕ ਤੁਸੀਂ ਕਹਿ ਲਓ ਕਿ ਲਿਮਿਟੇਸ਼ਨ ਇਹ ਆ ਕਿ ਸਾਨੂੰ 1 ਸੈਕਿੰਡ ਦੇ ਵਿੱਚ ਘੱਟੋ ਘੱਟ ਵੀ 20 ਕੰਪਨਾਂ ਹੁੰਦੀਆਂ ਹੋਣ ਤਾਂ ਹੀ ਸੁਣਾਈ ਦੇਣੀਆਂ, ਤੇ ਵੱਧ ਤੋਂ ਵੱਧ 20,000। ਜੇਕਰ ਕੋਈ ਬੋਡੀ 1 ਸੈਕਿੰਡ ਦੇ ਵਿੱਚ ਵੱਧ ਤੋਂ ਵੱਧ 20,000 ਕੰਪਨਾਂ ਕਰੇ ਤੇ ਘੱਟ ਤੋਂ ਘੱਟ 20 ਕੰਪਨਾਂ ਕਰੇ, ਫਿਰ ਅਸੀਂ ਉਸਨੂੰ ਸੁਣ ਸਕਦੇ ਹਾਂ। ਅਦਰਵਾਈਜ਼ ਇਟ ਇਜ਼ ਨਾਟ ਪੋਸੀਬਲ ਫॉर ਅਸ ਟੂ ਲਿਸਨ ਆਲ ਟਾਈਪਸ ਆਫ ਸਾਊਂਡ। ਤਾਂ 1 ਸੈਕਿੰਡ ਵਿੱਚ ਕੋਈ ਵਸਤੂ ਕਿੰਨੀ ਵਾਰ ਕੰਪਨ ਕਰਦੀ ਹੈ ਉਸਨੂੰ ਅਸੀਂ ਆਵ੍ਰਿਤੀ ਬੋਲਦੇ ਹਾਂ, ਫ੍ਰੀਕੁਐਂਸੀ ਕਹਿੰਦੇ। ਹੁਣ ਜੇਕਰ ਮੇਰਾ ਹੱਥ 1 ਸੈਕਿੰਡ ਦੇ ਵਿੱਚ ਮੈਂ ਕਹਿੰਦਾ ਪਿਆ 3 ਡੋਲਣ ਕਰਦਾ ਪਿਆ ਜਾਂ 3 ਵਾਈਬ੍ਰੇਸ਼ਨ ਕਰਦਾ ਪਿਆ, ਲੇਕਿਨ ਮੇਰੇ ਕੰਨ ਨੇ 1 ਸੈਕਿੰਡ ਵਿੱਚ ਘੱਟੋ ਘੱਟ ਜੇਕਰ ਕੋਈ ਵਸਤੂ 20 ਡੋਲਣਾ ਕਰੇ ਤਾਂ ਸੁਣਨਾ। ਹੁਣ ਜੇ 3 ਕਰੀ ਜਾਂਦਾ ਪਿਆ, ਮੇਰੇ ਕੰਨ ਨੇ ਸੁਣਨਾ ਹੀ ਨਹੀਂ। ਤਾਂ ਇਸ ਕਰਕੇ ਬੱਚਿਓ ਇੱਥੇ ਆਪਾਂ ਦੇਖਾਂਗੇ ਵੀ ਕਿ ਜਿੱਦਾਂ ਗਿਟਾਰ ਹੈ, ਗਿਟਾਰ ਦੀ ਆਪਾਂ ਵਾਈਬ੍ਰੇਸ਼ਨ ਦੀ ਗੱਲ ਕਰੀਏ, ਤੁਹਾਨੂੰ ਪਤਾ ਸਟ੍ਰਿੰਗ ਉੱਪਰ ਥੱਲੇ ਹੁੰਦੀ, ਉਹਦੀ ਆਵਾਜ਼ ਸਾਨੂੰ ਗਿਟਾਰ ਦੀ ਤਾਂ ਸੁਣ ਜਾਂਦੀ ਹੈ। ਲੇਕਿਨ ਜੇਕਰ ਪੈਂਡੂਲਮ ਨੂੰ ਹਿਲਾਈਏ, ਪੈਂਡੂਲਮ ਅੱਗੇ ਪਿੱਛੇ ਹੁੰਦਾ ਪਿਆ, ਪਰ ਇਹਦੀ ਆਵਾਜ਼ ਸਾਨੂੰ ਸੁਣਾਈ ਨਹੀਂ ਦੇਵੇਗੀ। ਇਹਦੀ ਆਵਾਜ਼ ਸਾਨੂੰ ਕਿਉਂ ਨਹੀਂ ਸੁਣਾਈ ਦਿੱਤੀ? ਕਿਉਂਕਿ ਇਹ 1 ਸੈਕਿੰਡ ਦੇ ਵਿੱਚ ਉਨੀਆਂ ਕੰਪਨਾਂ ਪੈਦਾ ਨਹੀਂ ਕਰਦਾ ਪਿਆ ਜਿੰਨਾ ਸਾਡਾ ਕੰਨ ਸੁਣਨਾ ਚਾਹੀਦਾ। ਤਾਂ ਸਾਡੀ ਇੱਕ ਕੋਈ ਰੇਂਜ ਆ ਜਿਹਨੂੰ ਆਪਾਂ ਫ੍ਰੀਕੁਐਂਸੀ ਰੇਂਜ ਬੋਲਦੇ ਹਾਂ, ਉਹ ਫ੍ਰੀਕੁਐਂਸੀ ਰੇਂਜ 'ਚ ਹੀ ਆਪਾਂ ਜਿਹੜਾ ਆ ਸੁਣ ਸਕਦੇ ਹਾਂ। ਔਡੀਬਲ ਰੇਂਜ, ਸਾਡੀ ਔਡੀਬਲ ਰੇਂਜ ਹੈਗੀ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ। ਨਾ ਤਾਂ ਆਪਾਂ 20 ਹਰਟਜ਼ ਤੋਂ ਥੱਲੇ ਸੁਣ ਸਕਦੇ ਹਾਂ, ਮਤਲਬ 1 ਸੈਕਿੰਡ ਦੇ ਵਿੱਚ ਜੇਕਰ 20 ਤੋਂ ਘੱਟ ਕੰਪਨਾ ਅਸੀਂ ਉਹ ਵੀ ਨਹੀਂ ਸੁਣ ਸਕਦੇ, ਤੇ ਜੇਕਰ 1 ਸੈਕਿੰਡ 'ਚ 20,000 ਤੋਂ ਜ਼ਿਆਦਾ ਕੰਪਨਾ ਅਸੀਂ ਉਹ ਵੀ ਨਹੀਂ ਸੁਣ ਸਕਦੇ। ਤੇ ਇੱਥੇ ਤੁਸੀਂ ਦੇਖੋਗੇ ਕਿ 20 ਤੋਂ ਥੱਲੇ ਆ, ਦੇਖੋ ਤੁਸੀਂ 20 ਹਰਟਜ਼ ਤੋਂ। ਹੁਣ ਜਿਹੜਾ ਬੱਚਾ ਹੁੰਦਾ ਉਹ ਪੁੱਤਰ 25,000 ਹਰਟਜ਼ ਤੱਕ ਵੀ ਸੁਣ ਸਕਦਾ, ਪਰ ਇੱਕ ਅਡਲਟ ਜਿਹੜਾ ਆ ਜਾਂ ਇੱਕ ਓਲਡ ਮੈਨ ਜਿਹੜਾ ਆ ਉਹ 25,000 ਤੱਕ ਨਹੀਂ, ਉਹ ਸਿਰਫ 20,000 ਤੱਕ ਜਾਂ ਉਸ ਤੋਂ ਵੀ ਥੱਲੇ ਹੀ ਸੁਣ ਸਕਦੇ। ਤਾਂ ਇੱਥੇ ਪੈਂਡੂਲਮ ਦੇ ਵਿੱਚ ਹੁਣ ਆਪਾਂ ਪੈਂਡੂਲਮ ਨੂੰ ਵਾਈਬ੍ਰੇਟ ਕੀਤਾ ਆ, ਫਿਰ ਵੀ ਸਾਨੂੰ ਕੋਈ ਆਵਾਜ਼ ਜਿਹੜੀ ਹੈ ਇਹਦੀ ਸੁਣਾਈ ਨਹੀਂ ਦਿੰਦੀ। ਕਿਉਂ ਨਹੀਂ ਦਿੰਦੀ ਬਈ? ਕਿਉਂਕਿ ਇਹਦੀਆਂ ਜਿਹੜੀਆਂ ਔਸੀਲੇਸ਼ਨਸ ਆ, ਜਿਹੜਾ ਇਹ ਕੰਬਦਾ ਪਿਆ, ਉਹ 20 ਕੰਪਨ ਤੋਂ ਘੱਟ ਆ। 1 ਸੈਕਿੰਡ 'ਚ 20 ਤੋਂ ਘੱਟ ਕੰਪਨ ਕਰਦਾ ਪਿਆ। ਹੁਣ ਉਹ ਵਾਲੀਆਂ ਫ੍ਰੀਕੁਐਂਸੀਆਂ ਜਾਂ ਉਹ ਵਾਲੀਆਂ ਸਾਊਂਡ ਜਾਂ ਉਹ ਧੁਨੀਆਂ ਜਿਹੜੀਆਂ ਕਿ 20 ਤੋਂ ਘੱਟ ਹੋਣ 1 ਸੈਕਿੰਡ ਦੇ ਵਿੱਚ ਕੰਪਨ ਕਰਨ, ਉਹਨੂੰ ਅਸੀਂ ਇਨਫਰਾਸੋਨਿਕ ਸਾਊਂਡ ਕਹਿ ਦਿੰਦੇ ਹਾਂ। ਇਨਫਰਾਸਾਊਂਡ ਵੀ ਉਹਨੂੰ ਬੋਲਦੇ ਹੈਗੇ। ਦੂਸਰੇ ਪਾਸੇ ਜਿਹੜੀਆਂ 20,000 ਤੋਂ ਵੱਧ ਹੋਣ, ਮਤਲਬ 1 ਸੈਕਿੰਡ ਦੇ ਵਿੱਚ 20,000 ਕੰਪਨ ਕਰਨ, ਉਸਨੂੰ ਅਸੀਂ ਅਲਟਰਾਸੋਨਿਕ ਜਾਂ ਅਲਟਰਾਸਾਊਂਡ ਬੋਲਦੇ ਹਾਂ। ਕਈ ਜੀਵ ਜਿਵੇਂ ਕਿ ਵੇਲ ਹੋ ਗਈ, ਐਲੀਫੈਂਟ ਹੋ ਗਿਆ, ਰਾਈਨਾਸੋਰਸਸ ਹੋ ਗਿਆ, ਗੈਂਡਾ ਹੋ ਗਿਆ, ਇਹ 5 ਹਰਟਜ਼ ਜਾਂ ਫਿਰ 20 ਹਰਟਜ਼ ਤੋਂ ਘੱਟ ਜਿਹੜੀ ਆ ਵਾਈਬ੍ਰੇਸ਼ਨ ਪੈਦਾ ਕਰਦੇ। ਦੂਸਰੇ ਪਾਸੇ ਜਿਹੜੀ ਡੋਲਫਿਨ ਹੋ ਗਈ ਜਾਂ ਫਿਰ ਬੈਟ ਹੋ ਗਏ, ਇਹ 20,000 ਤੋਂ ਜ਼ਿਆਦਾ ਸਾਊਂਡ ਜਿਹੜੀ ਆ ਉਹ ਪੈਦਾ ਕਰਦੇ ਹੈਗੇ। ਤਾਂ ਅਸੀਂ ਜਿਹੜੀ ਆ 20 ਤੋਂ ਲੈ ਕੇ 20,000 ਹਰਟਜ਼ ਹੀ ਸੁਣ ਸਕਦੇ ਹਾਂ। ਤਾਂ ਬੱਚੋ ਇਹ ਗੱਲ ਯਾਦ ਰੱਖਣੀ ਹੈ ਕਿ ਮਨੁੱਖੀ ਕੰਨ ਸਿਰਫ 1 ਸੈਕਿੰਡ ਵਿੱਚ 20 ਕੰਪਨ ਤੋਂ ਲੈ ਕੇ 20,000 ਕੰਪਨ ਹੀ ਸੁਣ ਸਕਦੇ ਹਨ। ਇਸ ਲਈ ਮਨੁੱਖੀ ਕੰਨ ਦੀ ਸੁਣਨਯੋਗ ਆਵ੍ਰਿਤੀ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਹੀ ਹੁੰਦੀ ਹੈ। ਮਤਲਬ ਮੈਂ ਦੁਬਾਰਾ ਤੋਂ ਬੱਚੋ ਤੁਹਾਨੂੰ ਦੱਸ ਦੇਵਾਂ, ਜੇਕਰ ਮੇਰਾ ਹੱਥ 1 ਸੈਕਿੰਡ ਵਿੱਚ 25 ਡੋਲਣਾ ਕਰਦਾ, ਫਿਰ ਮੈਨੂੰ ਸੁਣਾਈ ਦੇ ਜਾਣੀ ਸੀ ਆਵਾਜ਼। ਪਰ ਮੈਨੂੰ ਪਤਾ ਮੇਰਾ ਹੱਥ 1 ਸੈਕਿੰਡ ਵਿੱਚ 25 ਨਹੀਂ ਕਰਦਾ ਪਿਆ, ਇਹ 20 ਤੋਂ ਘੱਟ ਕਰਦਾ ਪਿਆ, ਇਸ ਕਰਕੇ ਮੈਨੂੰ ਆਵਾਜ਼ ਨਹੀਂ ਸੁਣਦੀ ਪਈ। ਤੇ ਜੇਕਰ ਮੇਰਾ ਆਹੀ ਹੱਥ 20,000 ਤੋਂ ਵੀ ਜ਼ਿਆਦਾ ਕਰਨ ਲੱਗ ਜਾਵੇ ਕੰਪਨ, ਤਾਂ ਵੀ ਮੈਨੂੰ ਆਵਾਜ਼ ਨਹੀਂ ਸੁਣਨੀ। ਮੈਨੂੰ ਸਿਰਫ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਹੀ ਜਿਹੜੀ ਆਵਾਜ਼ ਆ ਉਹ ਸੁਣਾਈ ਦੇਵੇਗੀ, ਉਹ ਵੀ 1 ਸੈਕਿੰਡ ਦੇ ਵਿੱਚ 20 ਹਰਟਜ਼ ਮਤਲਬ 20 ਕੰਪਨਾ, ਵੱਧ ਤੋਂ ਵੱਧ 20,000 ਕੰਪਨਾ ਹੀ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਹੀ ਮੈਂ ਸੁਣ ਸਕਦਾ, ਤੁਸੀਂ ਸੁਣ ਸਕਦੇ ਆ, ਈਵਨ ਜਿਹੜੇ ਵੀ ਮਨੁੱਖ ਆ ਉਹ ਸੁਣ ਸਕਦੇ ਆ। ਬੱਚੇ ਜਿਹੜੇ ਹੈਗੇ ਉਹ 25,000 ਹਰਟਜ਼ ਤੱਕ ਸੁਣ ਸਕਦੇ ਆ, ਪਰ ਜਦੋਂ ਵੀ ਅਡਲਟ ਹੋ ਜਾਂਦੇ ਆ ਉਹ ਵੀ 20 ਤੋਂ ਲੈ ਕੇ 20,000 ਹਰਟਜ਼ ਤੱਕ ਹੀ ਸੁਣ ਸਕਦੇ। ਤਾਂ ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਅੱਜ ਦਾ ਸਾਰਾ ਚੈਪਟਰ, ਅੱਜ ਦਾ ਜਿਹੜਾ ਪਾਰਟ ਸੀਗਾ ਉਹ ਸਮਝ ਲੱਗ ਗਿਆ ਹੋਵੇਗਾ। ਨੈਕਸਟ ਪਾਰਟ 'ਚ ਬੱਚਿਓ ਅਸੀਂ ਜ਼ਰੂਰ ਮਿਲਾਂਗੇ। ਤਦ ਤੱਕ ਸਟੇ ਹੋਮ, ਸਟੇ ਸੇਫ। ਥੈਂਕ ਯੂ ਬੱਚਿਓ।